बीते पंच विकार, तिन संतन कौ बंदना, सिर चरणन पर तार। तिन संतन कौ बंदना, सिर चरणन पर तार। सतनाम श्री वाहिगुरु साहिब जी। निसा भेदी नार नर भाजे उतलाए, नदी कति जल बह मिले सब दे बहाए। निसा भेदी नार नर भाजे उतलाए। वाहिगुरु जी का खालसा, वाहिगुरु जी की फतेह। जाहर जहूर हाजिर हजूर सर्ब कला भरपूर। धन श्री गुरु ग्रंथ साहिब जी महाराज। सतगुरां दी अपर अपार बख्शिश दा सदका जगत गुरु श्री गुरु नानक देव साहिब जी महाराज रोम रोम कोट ब्रह्मांड को निवास जास, मानस अवतार धार दर्श दिखाए हैं। ऐसे सतगुरु धन श्री गुरु नानक देव साहिब महाराज जी दे पावन पवित्र अस्थान गुरुद्वारा श्री बेर साहिब जी विखे गुरु चरना की हाजरी भर रही गुरु की साजी नवाजी हुई साध संगत जी। सतगुरां ने कृपा की है अपने अमृतमई दीदार सत संगत दियां अमोलक सुभागियां घड़ियां बख्शिश कीतियां हन। गरीब नवाज साहब जी ने अमृत बाणी अंदर फरमाया, भई प्रापत मानुख दे हुरिया, गोबिंद मिलन की यह तेरी बरिया। सतगुरु कहंदे हे जी, तैनू जो ये वाहिगुरु जी की बख्शिश दे नाल मनुखा देह प्राप्त होई है, ये मानस दे ही गोबिंद नाल मिलन दी वारी है। जिस वेले वारी प्राप्त होवे उस वेले महाराज कहंदे तू मिल सकदा। ये मानस जन्म तैनू वारी मिली है, ये मौका मिलिया है, अवसर मिलिया है। इस करके मिलन वास्ते तैनू ये कुछ करना पैना है। अवर काज तेरा कितै ना काम, मिल साध संगत भाज केवल नाम। साध संगत विच मिल करके केवल प्रभु दे नाम दा भजन कर। गरीब नवाज साहब जी ने यह भी कहा कि बहुत लम्मे समय मगरों ये मानस दे मिली है। कई जन्म लंघ गए कीड़ियां मकौड़ियां दियां जूनां विच, कई जन्म भए कीट पतंगा। कीट कहिए कीड़े ते पतंगा ਜਿਹੜੇ ਤੁਰਦੇ भी आ ते ਉਹਨਾਂ ਨੂੰ ਖੰਭ भी निकले ਹੁੰਦੇ आ, ਉੱਡਦੇ भी ਦੀਵੇ ਦੀ ਲਾਟ ਤੇ ਆ ਕੇ ਬਹਿੰਦੇ ਹੁੰਦੇ ਜਿਹੜੇ, ਉਹਨਾਂ ਨੂੰ ਆਪਾਂ ਪਤੰਗੇ ਕਹਿੰਦੇ। ਮਹਾਰਾਜ ਕਹਿੰਦੇ ਕਈ ਜਨਮ ਕੀੜਿਆਂ ਤੇ ਪਤੰਗਿਆਂ ਦੀਆਂ ਜੂਨਾਂ ਵਿੱਚ ਲੰਘੇ, ਕਈ ਜਨਮ ਗਾਜ ਮੀਨ ਕੁਰੰਗਾ, ਕਈ ਜਨਮ ਹਾਥੀਆਂ ਮੱਛੀਆਂ ਹਿਰਨਾਂ ਦੀਆਂ ਜੂਨਾਂ ਵਿੱਚ ਲੰਘੇ, कई जन्म पंखी सरप होयो, कई जन्म पंछियां दियां जूनां विच।
ਸੱਪਾਂ ਦੀਆਂ ਜੂਨਾਂ ਵਿੱਚ ਮਹਾਰਾਜ ਕਹਿੰਦੇ ਤੂੰ ਕਈ ਜਨਮ ਬਤੀਤ ਕੀਤੇ। ਕਈ ਜਨਮ ਹੈਵਰ ਬ੍ਰਿਖ ਜੋਇਓ, ਤੇ ਕਈ ਜਨਮ ਹੈਵਰ ਵਧੀਆ ਨਸਲ ਦੇ ਘੋੜੇ ਬਣਦਾ ਰਿਹਾ। ਬ੍ਰਿਖ ਬਲਦਾਂ ਦੀ ਜੂਨ ਵਿੱਚ ਪੈਦਾ ਹੋਇਆ। ਮਹਾਰਾਜ ਕਹਿੰਦੇ ਘੋੜੇ ਬਣ ਕੇ, ਬੈਲ ਬਣ ਕੇ ਜੋਇਓ, ਜੁਪਦਾ ਰਿਹਾ। ਰੱਥ ਦੇ ਅੱਗੇ, ਗੱਡੇ ਦੇ ਅੱਗੇ, ਹਲ ਪੰਜਾਲੀ ਦੇ ਅੱਗੇ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਗਰੀਬ ਨਵਾਜ ਸਾਹਿਬ ਕਹਿੰਦੇ ਜਗਦੀਸ਼ ਜਗਤ ਦੇ ਈਸ਼ਵਰ ਨੂੰ ਮਿਲ, ਇਹ ਮਿਲਣ ਦੀ ਵਾਰੀ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਭਾਈ ਸਾਹਿਬ ਵਾਹਿਗੁਰੂ ਆ ਜੋ ਪਿੱਛੇ ਗੱਲਾਂ ਕਰਦੇ ਉਹਨਾਂ ਨੂੰ ਮਾੜਾ ਜਿਹਾ ਰੋਕਿਆ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਚਿਰਕਾਲ ਹੋ ਗਿਆ। ਮਹਾਰਾਜ ਕਹਿੰਦੇ ਚਿਰਕਾਲ ਦੇ ਬਾਅਦ ਇਹ ਮਾਨਸ ਦੇ ਜਿਹੜੀ ਪ੍ਰਾਪਤ ਹੋਈ ਹੈ, ਤੇ ਹੁਣ ਗੋਬਿੰਦ ਨਾਲ ਮਿਲ। ਤੇ ਮਿਲਣ ਵਾਸਤੇ ਸਤ ਸੰਗਤ ਕਰਨੀ ਪਵੇਗੀ, ਮਿਲਣ ਵਾਸਤੇ ਨਾਮ ਜਪਣਾ ਪਵੇਗਾ, ਮਿਲਣ ਵਾਸਤੇ ਗੁਰੂ ਕੀ ਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ, ਹਿਰਦੇ ਵਸਾਉਣੀ ਪਵੇਗੀ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਆਖਿਆ ਆਇਓ ਸੁਨਨ ਪੜ੍ਹਨ ਕਉ ਬਾਣੀ। ਗਰੀਬ ਨਵਾਜ ਕਹਿੰਦੇ ਤੂੰ ਆਇਆ ਹੀ ਬਾਣੀ ਸੁਣਨ ਵਾਸਤੇ ਹੈ ਤੇ ਬਾਣੀ ਪੜ੍ਹਨ ਵਾਸਤੇ ਹੈ। ਆਇਓ ਸੁਨਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਨਾਮ ਨੂੰ ਵਿਸਾਰ ਕੇ ਹੋਰ ਲਾਲਚਾਂ ਵਿੱਚ ਲੱਗ ਗਿਆ ਹੈ। ਹੇ ਪ੍ਰਾਣੀ ਤੇਰਾ ਜਨਮ ਵਿਅਰਥ ਜਾ ਰਿਹਾ ਹੈ। ਇਸੇ ਨੂੰ ਫਿਰ ਮਹਾਰਾਜ ਨੇ ਆਖਿਆ ਵੀ ਜੇ ਨਾਮ ਭੁੱਲ ਗਿਆ, ਬਾਣੀ ਭੁੱਲ ਗਈ, ਸਤ ਸੰਗਤ ਭੁੱਲ ਗਈ, ਫਿਰ ਖਾਧਾ ਵੀ ਮਹਾਰਾਜ ਕਹਿੰਦੇ ਸਫਲ ਨਹੀਂ, ਸੌਣਾ ਵੀ ਸਫਲ ਨਹੀਂ। ਫਿਰ ਤਾਂ ਲਾਹਣਤਾਂ ਹੀ ਪਾਈਆਂ ਅੰਮ੍ਰਿਤ ਬਾਣੀ ਅੰਦਰ ਗੁਰੂ ਜੀ ਨੇ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। 100 ਵਾਰੀ ਫਿਟੇ ਮੂੰਹ ਆਖੀਏ ਤੇ ਇੱਕ ਲਾਹਣਤ ਆਖਿਆ। ਮਹਾਂਪੁਰਖਾਂ ਨੇ ਅਰਥ ਕੀਤਾ ਧ੍ਰਿਗ ਦਾ ਵੀ 100 ਵਾਰੀ ਫਿਟੇ ਮੂੰਹ ਕਹੀਏ ਤੇ ਇੱਕ ਲਾਹਣਤ, ਤੇ 100 ਵਾਰੀ ਲਾਹਣਤ ਆਖੀਏ ਤੇ ਇੱਕ ਧ੍ਰਿਗ। ਤੇ ਮਹਾਰਾਜ ਨੇ 2-2 ਵਾਰੀ ਆਖਿਆ ਧ੍ਰਿਗ ਧ੍ਰਿਗ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ। ਸੌਣਾ ਵੀ, ਖਾਣ ਨੂੰ ਵੀ ਮਹਾਰਾਜ ਕਹਿੰਦੇ ਧਰਕਾਰ। ਤੇ ਜਿਹੜੇ ਸਰੀਰ ਤੇ ਕੱਪੜੇ ਪਹਿਨਦਾ ਹੈ ਪਰਮੇਸ਼ਰ ਨੂੰ ਭੁਲਾ ਕੇ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਅੱਗੇ ਆਖਿਆ ਧ੍ਰਿਗ ਸਰੀਰ, ਖਾਣ ਨੂੰ, ਸੌਣ ਨੂੰ, ਕੱਪੜਿਆਂ ਨੂੰ ਲਾਹਣਤ, ਫਿਰ ਸਰੀਰ ਨੂੰ ਵੀ ਲਾਹਣਤ ਪਾਈ। ਧ੍ਰਿਗ ਸਰੀਰ ਕੁਟੰਬ ਸਹਿਤ ਸਿਓ। ਮਹਾਰਾਜ ਕਹਿੰਦੇ ਸਾਰੇ ਪਰਿਵਾਰ ਨੂੰ ਵੀ ਧਰਕਾਰ ਜੇ ਪ੍ਰਭੂ ਭੁੱਲ ਗਿਆ। ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ, ਫਿਰ ਹਾਥ ਨਾ ਆਵੇ, ਪਹਿਲਾ ਜਨਮ ਗਵਾਇਆ। ਇਹ ਮਾਨਸ ਦੇ ਇੱਕ ਪੌੜੀ ਮਿਲੀ ਹੈ, ਇਹ ਪੌੜੀ ਹੱਥੋਂ ਨਿਕਲ ਗਈ, ਛੁੱਟ ਗਈ, ਫਿਰ ਹੱਥ ਨਹੀਂ ਆਵੇਗੀ। ਮਹਾਰਾਜ ਕਹਿੰਦੇ ਅਮੋਲਕ ਜਨਮ ਐਵੇਂ ਅਜਾਈ ਤੂੰ ਗਵਾ ਦਿੱਤਾ। ਇਹ ਵਾਰੀ ਮਿਲੀ ਹੋਈ ਹੈ, ਇਹਦੇ ਵਿੱਚ ਸੰਗਤ ਕਰ, ਨਾਮ ਜਪ, ਬਾਣੀ ਪੜ੍ਹ ਕਿ ਮਾਨਸ ਜਨਮ ਸਫਲਾ ਹੋ ਜਾਵੇ। ਲੜੀਵਾਰ ਰੂਪ ਵਿੱਚ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਤਿਗੁਰੂ ਲੰਮੇ ਜੱਟਪੁਰੇ ਪਹੁੰਚੇ ਹੋਏ ਆ। ਉਥੋਂ ਰਾਏ ਕੱਲੇ ਨੂੰ ਕਹਿ ਕਰਕੇ ਮਹਾਰਾਜ ਨੇ ਆਖਿਆ ਕੋਈ ਆਦਮੀ ਭੇਜ ਦਿਓ, ਸਾਡੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈ ਕੇ ਆਵੇ। ਸਰਹੰਦ ਦੇ ਵਿੱਚੋਂ
ਰਾਏ ਕੱਲੇ ਨੇ ਆਪਣਾ ਮੱਝਾਂ ਨੂੰ ਸਾਂਭਣ ਵਾਲਾ ਚਰਵਾਹਾ ਨੂਰਾ ਭੇਜਿਆ ਹੈ। ਮਾਹੀ ਉਹਨੂੰ ਤਾਂ ਹੀ ਕਿਹਾ ਜਾਂਦਾ ਸੀ, ਉਹ ਮਈਆਂ ਸਾਂਭਦਾ ਸੀ, ਮੱਝਾਂ ਸਾਂਭਦਾ ਸੀ, ਨੌਕਰ ਸੀਗਾ। ਤੇ ਨੂਰੇ ਮਾਹੀ ਨੂੰ ਭੇਜਿਆ ਹੈ ਤੇ 10 ਯੋਜਨ ਦਾ ਸਫ਼ਰ ਜਾਣ ਦਾ ਹੀ ਹੈ, ਲੰਮੇ ਜੱਟਪੁਰੇ ਤੋਂ ਸਰਹੰਦ ਦਾ। 40 ਕੋਹ ਬਣ ਜਾਂਦਾ ਇੱਕ ਪਾਸੇ ਦੀ ਵਾਟ, 40 ਕੋਹ, ਫਿਰ 10 ਯੋਜਨ ਵਾਪਸ ਆਉਣਾ ਹੈ। 80 ਕੋਹ ਦਾ ਜਿਹੜਾ ਸਫ਼ਰ ਬਣ ਜਾਂਦਾ ਆਉਣ ਜਾਣ ਦਾ। ਨੂਰੇ ਮਾਈ ਨੂੰ ਸਵੇਰ ਵੇਲੇ ਤੋਰਿਆ ਹੈ। ਉਸ ਤੋਂ ਬਾਅਦ ਫਿਰ ਜਿਹੜੇ ਵਜ਼ੀਰ ਵਾ ਰਾਏ ਕੱਲੇ ਦੇ, ਉਹ ਰਾਏ ਕੱਲੇ ਬਾਰੇ ਦੱਸਣ ਲੱਗ ਪਏ ਗੁਰੂ ਸਾਹਿਬ ਜੀ ਨੂੰ ਵੀ ਇਹ ਬੜਾ ਧਰਮਾਤਮਾ ਹੈ ਜੀ, ਵੀ ਜਿਵੇਂ ਇਹ ਤਿਹਾੜੇ ਨਗਰ ਦੇ ਵਿੱਚ ਉੱਥੇ ਤੁਰਕ ਗਾਵਾਂ ਕਤਲ ਕਰਿਆ ਕਰਦੇ ਸੀ, ਇਹਨੇ 1 ਸਾਲ ਉਹਨਾਂ ਦੇ ਨਾਲ ਘੇਰਾ ਪਾ ਕੇ ਜੰਗ ਯੁੱਧ ਕੀਤਾ। ਫਿਰ ਉਹਨਾਂ ਨੇ ਸਤਲੁਜ ਦਰਿਆ ਨੂੰ ਵਿੱਚ ਜਾਮਣ ਰੱਖਿਆ, ਉਹਨਾਂ ਫੇਰ ਗਾਵਾਂ ਮਾਰੀਆਂ। ਇਹਨੇ ਸਤਲੁਜ ਦਰਿਆ ਕੋਲੇ ਜਾ ਕੇ ਆਖਿਆ ਵੀ ਤੇਰੀ ਜਾਮਣੀ ਦਿੱਤੀ, ਆਪਣੀ ਜਾਮਣੀ ਨਿਭਾ। ਫਿਰ ਸਤਲੁਜ ਦਰਿਆ ਜਿਹੜਾ ਹੈ ਉਹ ਫਿਰ ਕੰਢੇ ਢਾਉਣ ਲੱਗ ਪਿਆ, 7 ਕੋਹਾਂ ਦੀ ਦੂਰੀ ਤੇ ਸੀ। ਫਿਰ ਢਾਉਂਦਾ ਢਾਉਂਦਾ ਤਿਹਾੜੇ ਨਗਰ ਤੇ ਨੇੜੇ ਪਹੁੰਚ ਗਿਆ ਤੇ ਫਿਰ ਉਹ ਵੱਡੇ ਵੱਡੇ ਮਕਾਨ ਜਿਹੜੇ ਸੀ, ਹਵੇਲੀਆਂ ਸੀ, ਉਹ ਪਾਣੀ 'ਚ ਡਿੱਗਣ ਲੱਗੀਆਂ। ਤਾਂ ਉਹ ਦਰਿਆ ਜਿਹੜਾ ਹੈ ਉਹ ਫਿਰ ਢਾਈ ਜਾਂਦਾ ਨਗਰ ਨੂੰ। ਇਸ ਤਰ੍ਹਾਂ ਵਜ਼ੀਰ ਦੱਸ ਰਹੇ ਆ ਕਿ ਮਹਾਰਾਜ ਇਹ ਰਾਏ ਕੱਲਾ ਇਸ ਤਰ੍ਹਾਂ ਦਾ ਸਾਡਾ ਇਹ ਧਰਮਾਤਮਾ ਹੈ। ਇਹਨੇ ਸਤਲੁਜ ਦੇ ਅੱਗੇ ਜਾ ਕੇ ਜਿਵੇਂ ਆਖਿਆ ਵੀ ਤੇਰੀ ਜਾਮਣੀ ਹੈ, ਤੇ ਉਹ ਸਾਰਾ ਫਿਰ ਜਿਵੇਂ ਕੁਝ ਪ੍ਰਸੰਗ ਆਪਾਂ ਕੱਲ ਸਰਵਣ ਕੀਤਾ, ਕੁਝ ਅੱਗੇ ਆ ਰਿਹਾ। ਦਸ਼ਮੇਸ਼ ਪਾਤਸ਼ਾਹ ਜੀ ਦਾ ਧਿਆਨ ਧਰਦਿਆਂ ਹੋਏ ਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਲੰਮੇ ਜੱਟਪੁਰੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਜੇ ਹੋਏ ਹਨ। ਸਤਿਗੁਰਾਂ ਦਾ ਪਵਿੱਤਰ ਧਿਆਨ ਧਰਦਿਆਂ ਹੋਇਆਂ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਤ ਹਨੇਰੀ ਹੈ। ਉਸ ਵੇਲੇ ਮਾਈ ਭਾਈ ਜਿਹੜੇ ਹਨ ਨਗਰ ਦੇ, ਉਹ ਬੜੀ ਛੇਤੀ ਕਰਕੇ ਭੱਜਣ ਲੱਗ ਪਏ। ਜਦੋਂ ਪਾਣੀ ਦੇ ਨਾਲ ਸਾਰਾ ਪਿੰਡ ਡਿੱਗਣ ਲੱਗ ਪਿਆ, ਮਕਾਨ ਡਿੱਗਣ ਲੱਗ ਪਏ। ਹੁਣ ਰਾਤ ਹਨੇਰੀ ਦਿਸਦਾ ਵੀ ਕੁਝ ਨਹੀਂ ਹੈ, ਤੇ ਸਤਲੁਜ ਦਰਿਆ ਨੇ ਮਕਾਨ ਜਿਹੜੇ ਉਹ ਆਪਣੇ ਪਾਣੀ ਵਿੱਚ ਰੋੜ ਦਿੱਤੇ, ਉੱਥੋਂ ਦੇ ਲੋਕ ਵੀ ਰੋੜ ਦਿੱਤੇ। ਨਗਰ ਸਗਲ ਘਰ ਘਰ ਬਗਲ ਦਰਿਆਓ ਨਗਾਰੇ। ਸਾਰਾ ਨਗਰ ਜਿਹੜਾ ਹੈ ਤੇ ਘਰ ਘਰ ਨੂੰ ਤੇ ਬਗਰ ਕਹੀਏ ਬਾਜ਼ਾਰਾਂ ਨੂੰ ਦਰਿਆ ਨੇ ਵਿਦਾਰ ਦਿੱਤਾ, ਨਾਸ ਕਰ ਦਿੱਤਾ, ਢਾਹ ਢੇਰੀ ਕਰ ਦਿੱਤਾ। ਬੱਚੇ ਬੁਲਾਏ ਕਿੰਨੇ ਕੁ ਨਗਰ ਦੇ ਲੋਕ ਜਿਹੜੇ ਭੱਜ ਕੇ ਬਚ ਗਏ, ਉਹ ਬਚ ਗਏ। ਬਹੁਤਿਆਂ ਨੂੰ ਵਿੱਚੇ ਮਾਰ ਦਿੱਤਾ ਡਬੋ ਕੇ। ਕਈਆਂ ਕੋਹਾਂ ਤੱਕ ਇਹ ਤਿਹਾੜਾ ਨਗਰ ਵਸਦਾ ਸੀ, ਸਭ ਸਤਲੁਜ ਦਰਿਆ ਨੇ ਰੋੜ ਕੇ ਰੱਖ ਦਿੱਤਾ। ਇਸ ਤਰ੍ਹਾਂ ਕਹਿੰਦੇ ਸਤਲੁਜ ਦਰਿਆ ਨੇ ਜਿਹੜੀ ਆਪਣੀ ਜਾਮਣੀ ਦਿੱਤੀ ਸੀ ਨਾ, ਉਹ ਰਾਜੇ ਦੇ ਕਹਿਣ ਕਰਕੇ ਆਪਣੀ ਜਿਹੜੀ ਜਾਮਣੀ ਸੀ ਉਹ ਉਤਾਰ ਦਿੱਤੀ, ਉਹ ਗੱਲ ਆਪਣੀ ਪੂਰੀ ਕਰ ਦਿੱਤੀ। ਸ੍ਰੀ ਗੁਰੂ ਤੁਮਰੀ ਕਿਰਪਾ ਤੇ ਮਨਾਏ ਤੇਰਾ। ਉਹ ਵਜ਼ੀਰ ਬੇਨਤੀ ਕਰਦੇ ਆ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਹੋਏ ਮਹਾਰਾਜ ਦੇ ਪਲੰਘੇ ਦੇ ਪਾਸ ਸਾਹਮਣੇ, ਕਹਿੰਦੇ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਦਾ ਹੈ ਸਾਡਾ ਰਾਏ, ਇਹ ਰਾਏ ਕੱਲਾ ਇਸ ਤਰ੍ਹਾਂ ਦਾ ਧਰਮਾਤਮਾ ਹੈ। ਮਹਾਰਾਜ ਇਹ ਸਾਡਾ ਰਾਏ ਕੱਲਾ ਇਹ ਸਦਾ ਹੀ ਸਤਸੰਗ ਕਰਦਾ ਹੈ ਤੇ ਵੱਡੇ ਵੱਡੇ ਪੁੰਨ ਵੀ ਕਰਦਾ ਹੈ। ਸੁਨ ਕਰ ਸਤਿਗੁਰ ਕਹਿਓ ਆਛੋ ਪਦ ਪੈ। ਇਹ ਗੱਲ ਸੁਣ ਕਰਕੇ, ਉਹਨਾਂ ਦੀ ਬੇਨਤੀ ਸੁਣ ਕਰਕੇ ਸ੍ਰੀ ਸੋਭਾ ਵਾਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਕਿ ਚੰਗੀ ਪਦਵੀ ਜਿਹੜੀ ਹੈ, ਉੱਚੀ ਪਦਵੀ ਰਾਏ ਕੱਲੇ ਨੂੰ ਪ੍ਰਾਪਤ ਹੋਵੇਗੀ। ਮੈਂ ਸਗਾਏ ਪਰਲੋਕ ਮਹਿ ਨੀਕੇ ਮਗ ਜੈ। ਰਾਏ ਕੱਲੇ ਨੂੰ ਪ੍ਰਲੋਕ ਦੇ ਵਿੱਚ ਸਜ਼ਾ ਨਹੀਂ ਮਿਲੇਗੀ, ਇਹ ਚੰਗੇ ਰਸਤੇ ਜਾਵੇਗਾ ਪ੍ਰਲੋਕ ਵਿੱਚ।
ਕਿਉਂਕਿ ਜਿਹੜੇ ਸਤ ਸੰਗਤ ਕਰਦੇ ਆ ਉਹਨਾਂ ਦਾ ਰਸਤਾ ਹੀ ਵੱਖਰਾ ਹੈ ਸਾਧ ਸੰਗਤ ਜੀ। ਜਿਹੜੇ ਸਤ ਸੰਗਤ ਨਹੀਂ ਕਰਦੇ ਉਹਨਾਂ ਦਾ ਰਾਹ ਹੀ ਵੱਖਰਾ ਹੈ। ਇਸ ਕਰਕੇ ਜਿਵੇਂ ਕੋਈ ਅਖਾੜੇ ਦੇ ਵਿੱਚ ਪਹਿਲਵਾਨ ਕੁਸ਼ਤੀ ਕਰਦੇ ਆ ਨਾ, ਖੇਡਦੇ ਆ, ਉਹ ਇੱਕੋ ਜਿਹੇ ਆਉਂਦੇ ਆ, ਪਰ ਜਦੋਂ ਖੇਡ ਕੇ ਇੱਕ ਜਿੱਤ ਜਾਂਦਾ ਇੱਕ ਹਾਰ ਜਾਂਦਾ ਹੈ। ਘਰ ਜਾਸਨ ਵਾਟ ਵਟਾਇਆ ਤੇ ਘਰੇ ਫਿਰ ਉਹ ਰਸਤੇ ਵਟਾ ਕੇ ਜਾਂਦੇ। ਜਿਹੜੇ ਜਿੱਤੇ ਉਹ ਖੁਸ਼ੀ ਦੇ ਨਾਲ ਜਾਂਦੇ ਆ, ਉਹ ਲੁੱਡੀਆਂ ਪਾਉਂਦੇ ਜਾਂਦੇ, ਛਾਲਾਂ ਮਾਰਦੇ ਜਾਂਦੇ, ਬਾਹਾਂ ਉਲਾਰਦੇ ਜਾਂਦੇ ਵੀ ਆਪਾਂ ਜਿੱਤ ਕੇ ਆਏ। ਤੇ ਜਿਹੜੇ ਹਾਰ ਕੇ ਜਾਂਦੇ ਆ ਉਹਨਾਂ ਦਾ ਰਾਹ ਵੱਖਰਾ ਹੁੰਦਾ, ਉਹ ਨਹੀਂ ਛਾਲਾਂ ਮਾਰਦੇ, ਉਹ ਨਹੀਂ ਬਾਹਾਂ ਉਲਾਰਦੇ। ਇਸ ਕਰਕੇ ਜਿਹੜੇ ਸਤ ਸੰਗਤ ਕਰਦੇ ਆ, ਸਿਮਰਨ ਕਰਦੇ ਆ, ਪੁੰਨ ਕਰਦੇ ਹਨ, ਪਰਉਪਕਾਰ ਕਰਦੇ ਆ, ਉਹਨਾਂ ਦਾ ਪਰਲੋਕ ਦਾ ਰਸਤਾ ਵੱਖਰਾ। ਉਹਨਾਂ ਵਾਸਤੇ ਆਖਿਆ ਫਿਰ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪੇੜ ਮੱਲਿਆ। ਉਹਨਾਂ ਵਾਸਤੇ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਚ ਆਖਿਆ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾ ਲੁਡਾਈਐ। ਆਪਣੀ ਬਾਹ ਉੱਪਰ ਨੂੰ ਕਰਕੇ ਲੁੱਡੀਆਂ ਪਾਉਂਦੇ ਜਾਂਦੇ ਖੁਸ਼ੀ ਦੇ ਨਾਲ। ਤੋ ਇਸ ਕਰਕੇ ਤੇ ਜਿਹੜੇ ਦੂਸਰੇ ਹਨ ਉਹਨਾਂ ਦਾ ਰਾਹ ਵੱਖਰਾ, ਉਹਨਾਂ ਨੂੰ ਜਮਦੂਤ ਫੜ ਕੇ ਲੈ ਕੇ ਜਾਂਦੇ, ਉਹ ਫਿਰ ਹਾਏ ਹਾਏ ਕਰਦੇ ਜਾਂਦੇ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਫਿਰ ਉਹਨਾਂ ਨੂੰ ਮੱਥ ਦਿੰਦਾ, ਰਿੜਕ ਦਿੰਦਾ ਧਰਮ ਰਾਜਾ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਰਾਏ ਇਕੱਲੇ ਨੂੰ ਚੰਗੀ ਪਦਵੀ ਪ੍ਰਾਪਤ ਹੋਵੇਗੀ, ਪਰਲੋਕ ਦੇ ਵਿੱਚ ਸਜ਼ਾ ਨਹੀਂ ਮਿਲੇਗੀ, ਸ੍ਰੇਸ਼ਟ ਚੰਗੇ ਰਸਤੇ ਵਿੱਚ ਜਾਵੇਗਾ। ਸਾਧ ਸਾਧ ਇਸ ਕੋ ਕਰਮ ਸੁਪਰਮ ਕੀਮਾਨਾ। ਮਹਾਰਾਜ ਕਹਿੰਦੇ ਵੀ ਰਾਏ ਇਕੱਲੇ ਦੇ ਕੀਤੇ ਹੋਏ ਇਹ ਪੁੰਨ ਦੇ ਕਰਮ ਨੂੰ, ਸ੍ਰੇਸ਼ਟ ਕਰਮ ਨੂੰ ਸ਼ਾਬਾਸ਼ ਸ਼ਾਬਾਸ਼, ਬਹੁਤ ਚੰਗਾ ਭਲਾ ਕਰਮ ਇਹਨੇ ਕੀਤਾ ਹੈ। ਕਿਉਂਕਿ ਇਹਦਾ ਕਿਹਾ ਹੋਇਆ ਸਤਲੁਜ ਦਰਿਆ ਨੇ ਵੀ ਮੰਨ ਲਿਆ, ਧਰਮੀ ਲੋਕਾਂ ਦਾ ਕਿਹਾ ਹੋਇਆ ਦਰਿਆ ਵੀ ਮੰਨ ਲੈਂਦੇ ਆ। ਜਦੋਂ ਧਰਮੀ ਲੋਕ ਜਾ ਕਰਕੇ ਨਦੀਆਂ ਦੇ ਦਰਿਆਵਾਂ ਦੇ ਕੰਢੇ ਤੇ ਕੋਈ ਜਾ ਕੇ ਗੱਲ ਕਰਦੇ ਆ ਤੇ ਉਹ ਨਦੀਆਂ ਦਰਿਆ ਵੀ ਮੰਨ ਲੈਂਦੇ ਉਹਨਾਂ ਦੀ ਬੇਨਤੀ, ਉਹਨਾਂ ਦੀ ਅਰਦਾਸ। ਕਿਉਂਕਿ ਉਹਨਾਂ ਦੀ ਤਾਂ ਲੋਕ ਵਿੱਚ ਵੀ ਚੱਲਦੀ ਹੈ ਤੇ ਪਰਲੋਕ ਵਿੱਚ ਵੀ ਚੱਲਦੀ ਹੈ। ਜਾ ਕਾ ਕਹਿਆ ਦਰਗਹਿ ਚੱਲੈ, ਉਹ ਗੁਰਮੁਖਾਂ ਦਾ ਕਿਹਾ ਹੋਇਆ ਦਰਗਾਹ ਤੀਕ ਚੱਲਦਾ ਹੈ। ਤੇ ਜਿਹੜੇ ਇਹ ਦਰਿਆ ਹਨ ਇਹ ਪਰਮੇਸ਼ਰ ਦੇ ਭੈ ਵਿੱਚ ਚੱਲਣ ਵਾਲੇ ਆ ਸਾਧ ਸੰਗਤ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ। ਇੱਕ ਦਰਿਆ ਨਹੀਂ ਸਤਲੁਜ ਕੱਲਾ ਹੀ ਜਾਂ ਬਿਆਸ, ਲੱਖਾਂ ਦਰਿਆ ਵਾਹਿਗੁਰੂ ਦੇ ਭੈ ਵਿੱਚ ਚੱਲਦੇ ਆ। ਜਿਹੜੇ ਪਰਮੇਸ਼ਰ ਦੇ ਭੈ ਵਿੱਚ ਰਹਿਣ ਵਾਲੇ ਫਿਰ ਉਹਨਾਂ ਦੀ ਵੀ ਉਹ ਗੱਲ ਮੰਨ ਲੈਂਦੇ ਆ। ਤੇ ਸਤਿਗੁਰੂ ਕਹਿਣ ਲੱਗੇ ਵੀ ਸ਼ਾਬਾਸ਼ ਆ ਸ਼ਾਬਾਸ਼ ਆ। ਰਾਏ ਕੱਲੇ ਨੂੰ ਇਸ ਦੇ ਕਹੇ ਹੋਏ ਨੂੰ ਸਤਲੁਜ ਦਰਿਆ ਨੇ ਵੀ ਇਹਦਾ ਕਿਹਾ ਹੋਇਆ ਮੰਨ ਲਿਆ। ਸੁਣ ਕਰ ਰਾਏ ਸੁਣ ਕਰ ਕੱਲੇ ਰਾਏ ਅਭਿਭੰਗ ਠਾਣਾ। ਕੱਲਾ ਸਾਧ ਸੰਗਤ ਜੀ ਨਾਮ ਹੈ ਇਸ ਦਾ, ਤੇ ਰਾਏ ਇਸ ਦਾ ਖਿਤਾਬ ਹੈ। ਇਸ ਨੂੰ ਰਾਏ ਕਿਹਾ ਜਾਂਦਾ, ਉਸ ਇਲਾਕੇ ਦਾ ਰਾਜਾ ਹੈ। ਤਾਂ ਇਸ ਕਰਕੇ ਭਾਈ ਸਾਹਿਬ ਜੀ ਨੇ ਕੱਲਾ ਪਹਿਲਾਂ ਆਖਿਆ ਹੈ, ਰਾਏ ਬਾਅਦ ਵਿੱਚ ਆਖਿਆ ਹੈ। ਆਮ ਆਪਾਂ ਜਦੋਂ ਸੁਭਾਵਿਕ ਨਾਂ ਲੈਂਦੇ ਆਪਾਂ ਰਾਏ ਕੱਲਾ ਹੀ ਕਹਿੰਦੇ। ਰਾਏ ਨੂੰ ਭਾਵੇਂ ਅੱਗੇ ਲਾ ਲਈਏ ਜਾਂ ਪਿੱਛੇ ਲਾ ਲਈਏ, ਨਾਮ ਤਾਂ ਉਸ ਦਾ ਹੈ ਕੱਲਾ। ਭਾਈ ਕਾਹਨ ਸਿੰਘ ਨਾਭਾ ਨੇ ਵੀ ਕੱਲਾ ਰਾਏ ਲਿਖਿਆ, ਉਹਨਾਂ ਪਹਿਲਾਂ ਕੱਲਾ ਹੀ ਲਿਖਿਆ, ਰਾਏ ਬਾਅਦ ਵਿੱਚ ਲਿਖਿਆ। ਤਾਂ ਕਹਿੰਦੇ ਜੋ ਇਹ ਰਾਏ ਕੱਲਾ ਹੈ, ਇਸ ਨੇ ਫਿਰ ਬੜੀ ਭਾਵਨਾ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ, ਬੰਦਨਾ ਕੀਤੀ ਹੈ। ਦੁਹਰਾ ਬੈਠੇ ਮਾਹੀ ਕੇ ਗਏ ਬਾਤੈ ਕੰਨ ਬਿਤਾਈ। ਕਲਗੀਧਰ ਪਾਤਸ਼ਾਹ ਇਹ ਲੰਮੇ ਪਿੰਡ ਵਿੱਚ ਬੈਠੇ ਹੋਏ ਆ। ਨੂਰੇ ਮਾਹੀ ਦੇ ਗਏ ਤੋਂ ਬਾਅਦ ਸਤਿਗੁਰੂ ਜੀ ਉਹਨਾਂ ਵਜ਼ੀਰਾਂ ਮੰਤਰੀਆਂ ਦੇ ਨਾਲ ਤੇ ਰਾਏ ਕੱਲੇ ਦੇ ਨਾਲ ਗੱਲਬਾਤ ਕਰ ਰਹੇ ਆ। ਸਮਾਂ ਬੀਤ ਰਿਹਾ ਹੈ। ਭਇਓ ਦੁਪਹਿਰਾ ਕਰ ਸਿਰ
ਬੇਅੰਤ ਸੁਖਦਾਈ। ਸਵੇਰ ਵੇਲੇ ਨੂਰੇ ਮਾਈ ਨੂੰ ਤੋਰਿਆ ਸੀ, ਹੁਣ ਦੁਪਹਿਰ ਦਾ ਸਮਾਂ ਆ ਗਿਆ, 2 ਪਹਿਰ ਬੀਤ ਗਏ ਆ। ਸਤਿਗੁਰੂ ਜੀ ਪਲੰਘ ਉੱਤੇ ਸਥਿਤ ਹੋਏ, ਸੁੱਖਾਂ ਦੇ ਦਾਤੇ। ਸਾਮੀ ਸ਼ਬਦ ਨਿਤਰਾਏ ਨਾਥਰਿਓ ਵੈਸੈ ਭੈ ਸਾਥਾ। ਕਲਗੀਧਰ ਪਾਤਸ਼ਾਹ ਦੇ ਪਾਸ ਰਾਏ ਕੱਲਾ ਬੈਠਾ ਹੋਇਆ ਹੈ ਤੇ 300 ਇਹਦਾ ਸੂਰਮਾ ਨਾਲ ਹੈ। ਅਪਰ ਢੋਲ ਤਿਲ ਸੈਂਕੜੇ ਦਰਸਤ ਹੈ ਨਾਥਾ। ਤੇ ਹੋਰ ਵੀ ਸੈਂਕੜੇ ਲੋਕ ਵਾ ਜਿਹੜੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਰਹੇ ਹਨ। ਹੀਰ ਅਹਿ ਬਹੁ ਕੀ ਫਿਰ ਦੂਰਹਿ ਦੂਰੀ। ਬਹੁਤ ਲੋਕਾਂ ਦੀ ਭੀੜ ਲੱਗੀ ਹੋਈ ਹੈ ਮਹਾਰਾਜ ਦੇ ਪਲੰਘੇ ਦੇ ਆਲੇ ਦੁਆਲੇ। 300 ਬੰਦਾ ਤੇ ਰਾਏ ਕੱਲੇ ਦਾ ਹੀ ਆ ਨਾ, ਤੇ ਬਾਕੀ ਹੋਰ ਵੀ ਸੈਂਕੜੇ ਲੋਕ ਵਾ ਨਗਰ ਦੇ ਇਲਾਕੇ ਦੇ, ਤੇ ਦੂਰ ਦੂਰ ਤੀਕ ਬੈਠੇ ਹੋਏ ਆ ਸਾਰੇ, ਕੁਝ ਖਲੋਤੇ ਹੋਏ ਹਨ। ਬਹੁਤੀ ਜ਼ਿਆਦਾ ਭੀੜ ਲੱਗੀ ਹੋਈ ਹੈ। ਆਨ ਆਨ ਮੰਡਨ ਕਰਹਿ ਇਕ ਮੂਰਤ ਰੇ। ਸਾਰੇ ਆ ਕੇ ਕਲਗੀਧਰ ਪਾਤਸ਼ਾਹ ਨੂੰ ਮੱਥਾ ਟੇਕ ਰਹੇ ਆ ਤੇ ਸੋਹਣੇ ਸਰੂਪ ਦੇ ਦੀਦਾਰ ਕਰ ਰਹੇ ਹਨ। ਇੱਕ ਦੁਪਹਿਰ ਸ਼ਬਦ ਸ੍ਰੀ ਬਦਨ ਬਖਾਨਾ। ਜਿਸ ਵੇਲੇ ਮਹਾਰਾਜ ਨੇ ਵੇਖਿਆ ਨਾ ਵੀ ਦੁਪਹਿਰਾ ਹੋ ਗਿਆ ਹੈ, ਤੇ ਸੁਭਾਏਮਾਨ ਫਿਰ ਮੁਖ ਤੋਂ ਬਚਨ ਕੀਤਾ, ਸੁਨੋ ਰਾਏ ਕੱਲਾ ਅਬੈ ਨਾਹੀ ਮਸਤਾਨਾ। ਤੇ ਗਰੀਬ ਨਵਾਜ ਕਹਿਣ ਲੱਗੇ, ਹੇ ਰਾਏ ਕੱਲਾ ਸੁਣ, ਜੋ ਹੁਣ ਨੂਰੇ ਮਾਹੀ ਨੂੰ ਭੇਜਿਆ ਹੋਇਆ ਹੈ। ਪਹੁੰਚਿਓ ਆਏ ਨਾਹੀ ਸੋ ਦੇਖੋ ਇਸ ਥਾਈ। ਮਹਾਰਾਜ ਕਹਿੰਦੇ ਇਸ ਤਰਫ ਵੇਖੋ, ਜਿੱਧਰ ਭੇਜਿਆ ਸੀ ਨਾ। ਗਰੀਬ ਨਵਾਜ ਕਹਿੰਦੇ ਇਧਰਲੇ ਪਾਸੇ ਵੇਖੋ, ਨੂਰਾ ਮਾਈ ਆਇਆ ਲੇਕਿਨ ਨਹੀਂ ਆਇਆ। ਉਹ ਮੁੜਿਆ ਹੈ ਵਾਪਸ ਕੇ ਨਹੀਂ ਮੁੜਿਆ। ਗੀਤ ਗਇਓ ਦੁਪਹਿਰ ਨਿਭ ਆਵਹਿ ਕਰਤਾਈ। ਸਤਿਗੁਰੂ ਕਹਿੰਦੇ 2 ਪਹਿਰ ਬੀਤ ਗਏ ਆ, ਦੌੜ ਕੇ ਆਉਂਦਾ ਹੋਣਾ ਵਾ, ਵੇਖੋ ਹਾਂ ਇਧਰਲੇ ਪਾਸੇ। ਬੋਲਿਓ ਕੱਲਾ ਜੁਨ ਕਰ ਇਹ ਗਮਨ ਸਕਾਦੇ। ਰਾਏ ਕੱਲੇ ਨੇ ਹੱਥ ਜੋੜੇ ਤੇ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਹਾਲੇ ਸਵੇਰੇ ਤਾਂ ਨੂਰਾ ਮਾਈ ਗਿਆ ਹੈ, ਅੱਜ ਹੀ ਤਾਂ ਸਵੇਰੇ ਤੋਰਿਆ ਉਸ ਨੂੰ, ਹਾਲੇ ਤਾਂ 2 ਪਹਿਰ ਹੀ ਬੀਤੇ ਆ, ਭਾਵ 6 ਘੰਟੇ ਹੀ ਹੋਏ ਹਨ। ਪਹੁੰਚੇ ਚਾਬੀ ਉਸ ਸੋ ਚਲ ਬਸੁਰ ਸਾਰੇ। ਮਹਾਰਾਜ ਅੱਜ ਦਾ ਸਾਰਾ ਦਿਨ ਲੱਗ ਜਾਣਾ ਉਹਨੂੰ ਜਾਂਦਿਆਂ ਜਾਂਦਿਆਂ। 10 ਯੋਜਨ ਦਾ ਪੈਂਡਾ ਹੈ, 40 ਕੋਹ ਦਾ ਸਫ਼ਰ ਬਣਦਾ ਮਹਾਰਾਜ ਇੱਥੋਂ ਸਰਹੰਦ ਦਾ, ਤੇ ਸਾਰਾ ਦਿਨ ਦੇ ਵਿੱਚ ਬਹੁਤ ਕਾਹਲੀ ਜਾਵੇਗਾ ਤੇ 40 ਕੋਹ ਪੈਂਡਾ ਸਾਰੇ ਦਿਨ ਚ ਉਹਨੇ ਮਹਾਂ ਤੈਅ ਕਰਨਾ ਹੈ। ਹਾਂਜੀ, ਅਗਲੇ ਦਿਨ ਪਹੁੰਚੇ ਹਾਂ ਸਭ ਬਾਤ ਪਤਾ ਮੈਂ। ਮਹਾਰਾਜ 40 ਕੋਹ ਹੀ ਕੱਲ ਨੂੰ ਫੇਰ ਸਫ਼ਰ ਪੂਰਾ ਕਰੇਗਾ ਤੇ ਫਿਰ ਕੱਲ ਨੂੰ ਚੱਲ ਕੇ ਆਵੇਗਾ ਸ਼ਾਮਾਂ ਨੂੰ, ਤੇ ਫਿਰ ਗੱਲਬਾਤ ਸਾਰੀ ਦੱਸੇਗਾ। ਮਾਰਗ 80 ਕੋਸ ਕੋ ਬਲ ਕੇ ਦੁਨੀਆ ਮੈਂ। ਹੇ ਗਰੀਬ ਨਵਾਜ, 40 ਕੋ ਜਾਣ ਦਾ, 40 ਆਉਣ ਦਾ, 80 ਕੋ ਦਾ ਮਾਰਗ ਬਣ ਜਾਂਦਾ ਹੈ। ਬਹੁਤ ਬਲ ਦੇ ਨਾਲ ਮਹਾਰਾਜ ਆਵੇਗਾ, ਜ਼ੋਰ ਦੇ ਨਾਲ ਆਵੇਗਾ। ਸੁਣ ਤੁਛਣ ਦੁਰ ਹੋਈ ਰਹੇ ਕਹਿ ਔਰ ਪ੍ਰਸੰਗਾ। ਇਹ ਬਚਨ ਕਹਿ ਕਰਕੇ ਸਤਿਗੁਰੂ ਚੁੱਪ ਕਰ ਗਏ। ਮਹਾਰਾਜ ਨੇ ਬਚਨ ਕੀਤਾ ਤੇ ਰਾਏ ਕੱਲੇ ਨੇ ਅੱਗੋਂ ਗੁਰੂ ਸਾਹਿਬ ਜੀ ਦਾ ਇਹ ਜਵਾਬ ਦੇ ਦਿੱਤਾ ਬਚਨ ਦਾ। ਮਹਾਰਾਜ ਨੇ ਤੇ ਆਖਿਆ ਸੀ ਇਧਰਲੇ ਪਾਸੇ ਵੇਖ, ਤੇ ਉਹਨੇ 7 ਵਜਨ ਕਹਿ ਕੇ ਵੇਖਿਆ ਤਾਂ ਨਹੀਂ, ਉਹਨੇ ਕਹਿ ਦਿੱਤਾ ਮਹਾਰਾਜ 40 ਕੋ ਜਾਣ 40 ਆਉਣ ਵਾ। ਅੱਜ ਤਾਂ ਮਹਾ ਸ਼ਾਮਤੀ ਕੱਪੜਨਾ ਹੀ ਉਹਨੇ ਬੜੇ ਜ਼ੋਰ ਨਾਲ, ਤੇ ਕੱਲ ਨੂੰ ਬੜੇ ਜ਼ੋਰ ਨਾਲ ਸ਼ਾਮ ਨੂੰ ਵਾਪਸ ਮੁੜੇਗਾ। 2 ਦਿਨ ਲੱਗ ਜਾਣੇ ਪੂਰੇ। ਫਿਰ ਸਤਿਗੁਰੂ ਚੁੱਪ ਕਰ ਗਏ ਤੇ ਹੋਰ ਗੱਲਬਾਤ ਸ਼ੁਰੂ ਕਰ ਲਈ। ਜਥਾ ਕੇ ਸਾਸਨ ਬਚਵਾਇਓ ਚੰਗਾ। ਫਿਰ ਇਹ ਗੱਲ ਚੱਲ ਪਈ ਕਿ ਜਿਵੇਂ ਪਹਾੜੀ ਰਾਜਾ ਹੈ ਨਾ ਭੀਮ ਚੰਦ, ਉਸਨੇ ਜਿਵੇਂ ਜੰਗ ਕੀਤਾ। ਬਾਈ ਧਾਰਨ ਕੇ ਪਤੀ ਬਦ ਚਮੁ ਬਟੋਲੀ। ਵੀ ਇਹ 22 ਧਾਰ ਦੇ ਰਾਜਿਆਂ ਦਾ ਸਭ ਤੋਂ ਵੱਡਾ ਰਾਜਾ ਸੀ ਭੀਮ ਚੰਦ। ਇਹਨੇ ਵੀ ਆਪਣੀ ਸਾਰੀ ਫੌਜ ਇਕੱਠੀ ਕੀਤੀ, ਬਾਕੀ ਰਾਜਿਆਂ ਨੇ ਵੀ ਫੌਜਾਂ ਇਕੱਠੀਆਂ ਕੀਤੀਆਂ। ਸਭ ਇਕੱਤਰ ਮਤ ਕੋ ਕਰੇ ਆਏ ਹਨ ਹੋਦੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਵੀ ਇਹ ਸਾਰੇ ਇਕੱਠੇ ਹੋ ਕੇ ਨਾ ਇੱਕ ਮਤ ਕਰਕੇ, ਇੱਕ ਸਲਾਹ ਕਰਕੇ 22 ਧਾਰ ਦੇ ਰਾਜੇ
ਤੇ ਸਾਡੇ ਤੇ ਚੜ ਕੇ ਆ ਗਏ। ਵੈ ਕਰੇਗਾ ਬੀਤੀ ਬਹੁਰ ਯਾਦ ਕਹਤੇ। ਇਸ ਤਰ੍ਹਾਂ ਇਹਨਾਂ ਰਾਜਿਆਂ ਦੇ ਚੜ੍ਹਾਈ ਕਰਨ ਦੀ ਗੱਲਬਾਤ ਕਰਨ ਲੱਗ ਪਏ ਸਤਿਗੁਰੂ ਜੀ। ਤੇ ਉਹ ਗੱਲਬਾਤ ਕਰਦਿਆਂ 2 ਘੜੀਆਂ ਹੋਰ ਬੀਤ ਗਈਆਂ। 24 ਮਿੰਟ ਦੀ ਘੜੀ ਹੈ, ਭਾਵ 48 ਕੁ ਮਿੰਟ ਦਾ ਸਮਾਂ ਜਿਹੜਾ ਸੀ ਨਾ, ਪੌਣਾ ਕੁ ਘੰਟੇ ਦਾ ਸਮਾਂ ਉਹ ਫੇਰ ਬੀਤ ਗਿਆ ਗੱਲਬਾਤ ਕਰਦਿਆਂ। ਅਕਸਮਤ ਸ੍ਰੀ ਸਤਿਗੁਰੂ ਨਿਭ ਬਚਨ ਬਣਾਤੇ। ਤੇ ਫਿਰ ਅਕਸਮਾਤਰ ਫਿਰ ਅਚਨਚੇਤ ਹੀ ਸਤਿਗੁਰੂ ਜੀ ਨੇ ਇਹ ਬਚਨ ਕਹਿ ਦਿੱਤਾ। ਮਨ ਘਟਾ ਬਹੁ ਤਨ ਮਗ ਮਗ ਦੇਖੈ ਸੋਈ। ਸਤਿਗੁਰੂ ਕਹਿਣ ਲੱਗੇ, ਰਾਏ ਕੱਲਾ ਕੋਈ ਆਦਮੀ ਚੜਾ ਦਰਖਤ ਦੇ ਉੱਤੇ, ਤਾਂ ਉਧਰਲੇ ਪਾਸੇ ਵੇਖੇ ਨੂਰਾ ਮਾਈ ਆਉਂਦਾ ਏ ਕਿ ਨਹੀਂ ਆਉਂਦਾ। ਆਪ ਮਾਹੀ ਕਹਿ ਨਹੀਂ ਸੁਧ ਪਾਵੈ ਕੋਈ। ਨੂਰਾ ਮਾਈ ਆਉਂਦਾ ਹੈ ਕਿ ਨਹੀਂ ਆਉਂਦਾ, ਇਹਦੀ ਖਬਰ ਪ੍ਰਾਪਤ ਹੋਵੇ, ਦਰਖਤ ਤੇ ਚੜਾਓ ਕਿਸੇ ਨੂੰ। ਹਾਂਜੀ, ਜੈ ਰਾਏ ਮਹਿਤਾ ਕਹਿ ਪਹੁੰਚੋ ਤੇ ਨਾ ਸੋ। ਫੇਰ ਰਾਏ ਕੱਲਾ ਕਹਿਣ ਲੱਗਾ ਕਿ ਮਹਾਰਾਜ ਹਾਲੇ ਤਾਂ ਪਹੁੰਚਾ ਵੀ ਨਹੀਂ ਹੋਣਾ ਨੂਰਾ ਮਾਹੀ। ਕਹਾਂ ਹੋਏ ਆਪ ਕਿਆ ਕਰ ਪਾਜੂ। ਮਹਾਰਾਜ ਕੋਈ ਆਦਮੀ ਤਾਂ ਦਰਖਤ ਤੇ ਚੜ ਕੇ ਕੀ ਵੇਖੇਗਾ, ਹਾਲੇ ਤਾਂ ਉਹਦਾ ਆਉਣਾ ਨਹੀਂ ਹੋ ਸਕਦਾ। ਸੰਧਿਆ ਅਗਲੇ ਦਿਵਸ ਹੀ ਹੋਮਤ ਸੋਆਵੈ। ਮਹਾਰਾਜ ਕੱਲ ਦੇ ਸੰਧਿਆ ਹੋ ਜਾਣੀ ਉਹਨੂੰ ਆਉਂਦਿਆਂ ਹੋਇਆਂ, ਕੱਲ ਦੀਆਂ ਸ਼ਾਮਾਂ ਪੈ ਜਾਣੀਆਂ, ਕੱਲ ਸ਼ਾਮ ਨੂੰ ਹੀ ਆਵੇਗਾ ਨੂਰਾ ਮਾਹੀ। ਮਹਾਰਾਜ ਮੈਂ ਆਖਿਆ ਹੋਇਆ ਵਾ ਨੂਰੇ ਮਾਹੀ ਨੂੰ, ਉਹ ਰਸਤੇ ਵਿੱਚ ਕਿਤੇ ਨਹੀਂ ਖਲੋਵੇਗਾ, ਰਸਤੇ 'ਚ ਖਲੋਵੇਗਾ ਵੀ ਨਹੀਂ ਤੇ ਤੇਜ਼ ਜਾਵੇਗਾ। ਮੈਂ ਆਖਿਆ ਸੀ ਕਾਲੀ ਤੁਰਿਆ ਜਾਵੀਂ, ਛੇਤੀ ਆਵੀਂ ਤੂੰ, ਇਸ ਕਰਕੇ ਰਸਤੇ 'ਚ ਨਹੀਂ ਖਲੋਵੇਗਾ, ਛੇਤੀ ਆਵੇਗਾ। ਸੁਣ ਗੁਣ ਗੁਣ ਗਣ ਗਾਨ ਬੱਚੇ ਅਨਿਆਤਾ। ਇਸ ਤਰ੍ਹਾਂ ਸੁਣ ਕੇ ਰਾਏ ਕੱਲੇ ਦੀ ਗੱਲਬਾਤ ਤੇ ਸਮੂਹ ਗੁਣਾਂ ਦੇ ਖਜ਼ਾਨੇ ਕਲਗੀਧਰ ਪਾਤਸ਼ਾਹ ਫਿਰ ਮਹਾਰਾਜ ਸਾਹਿਬ ਜੀ ਹੋਰ ਖਿਆਲ ਵਿੱਚ ਪਰਚ ਗਏ, ਹੋਰ ਗੱਲਬਾਤ ਵਿੱਚ ਲੱਗ ਗਏ। ਡੂਢ ਪਹਿਰ ਜਲ ਰਹੇ ਹੋ ਬੈਠੇ ਤਿਸ ਕਾਲਾ। ਹੁਣ ਬੈਠਿਆਂ ਹੋਇਆਂ 2.5 ਪੈੜ ਦਿਨ ਰਹਿ ਗਿਆ ਸੀ, ਭਾਵ ਵੀ 1 ਪੈਰ 3 ਘੰਟੇ ਦਾ ਹੈ ਤੇ ਅੱਧਾ ਪੈਰ ਹੋਰ, 1.5 ਘੰਟਾ ਹੋਰ, 4.5 ਘੰਟੇ ਰਹਿੰਦੇ ਸੀ ਹਾਲੇ ਦਿਨ ਦੇ ਵਿੱਚ, ਛਿਪਣ ਦੇ ਵਿੱਚ। 1.5 ਪੈਰ ਜਿਹੜਾ ਹੈ ਉਹ ਸਮਾਂ ਬਾਕੀ ਰਹਿੰਦਾ ਸੀ। ਸਤਿਗੁਰੂ ਸਾਹਿਬ ਜੀ ਬੈਠੇ ਹੋਏ ਹਨ। ਬਹੁਤ ਵੱਡਾ ਇਕੱਠ ਹੈ ਗੁਰੂ ਸਾਹਿਬ ਜੀ ਦੇ ਆਲੇ ਦੁਆਲੇ, 300 ਆਦਮੀ ਇਹਦਾ ਹੈ, ਸੈਂਕੜੇ ਨਗਰ ਦੇ ਲੋਕ ਆ। ਹੁਣ ਤੀਜੀ ਵਾਰੀ ਫੇਰ ਬਚਨ ਕਰ ਦਿੱਤਾ ਸਾਰਿਆਂ ਦੇ ਵਿੱਚ ਸੁਣਾ ਕਰਕੇ। ਜਦੋਂ ਬ੍ਰਿਸ਼ ਮਾਹੀ ਵਿਖੋ ਆਇਓ ਜੇ ਨਾ ਆਇਓ। ਮਹਾਰਾਜ ਕਹਿੰਦੇ ਕੋਈ ਚੜੋ ਦਰਖਤ ਦੇ ਉੱਤੇ ਤੇ ਦਰਖਤ ਤੇ ਚੜ ਕੇ ਵੇਖੋ ਨੂਰਾ ਮਾਈ ਆਇਆ ਹੈ ਕਿ ਨਹੀਂ ਆਇਆ। ਸੁਨਤ ਰਾਏ ਅੱਲਾ ਕਹੈ ਜਿਨਰ ਨਮਝਾਰਾ। ਇਹ ਤੀਸਰਾ ਬਚਨ ਸੁਣ ਕੇ ਫਿਰ ਰਾਏ ਕੱਲਾ ਆਪਣੇ ਆਦਮੀਆਂ ਨੂੰ ਕਹਿਣ ਲੱਗਾ, ਸ਼ੋਤਮ ਪੂਰਨ ਪੁਰਖ ਤ੍ਰੈ ਬਾਰ ਉਚਾਰਾ। ਕਹਿਣ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰਨ ਪੁਰਖ ਹਨ, ਪੁਰਸ਼ਾਂ ਦੇ ਵਿੱਚੋਂ ਉੱਤਮ ਪੁਰਸ਼ ਹਨ। ਤੇ ਮਹਾਰਾਜ ਨੇ 3 ਵਾਰੀ ਕਹਿ ਦਿੱਤਾ ਇਹ ਬਚਨ, ਇਹ ਤੀਸਰੀ ਵਾਰੀ ਬਚਨ ਉਚਾਰ ਦਿੱਤਾ ਹੈ। ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਵੀ ਆਪਣਾ ਕੀ ਖਰਚ ਹੁੰਦਾ ਹੈ, ਦਰਖਤ ਤੇ ਚੜ ਕੇ ਵੇਖ ਲਓ। ਇੱਕ ਆਦਮੀ ਚੜੋ ਦਰਖਤ ਦੇ ਉੱਤੇ ਤੇ ਪੂਰਨ ਪੁਰਖ ਨੇ ਆਖਿਆ ਹੈ, ਗੁਰੂ ਜੀ ਨੇ ਆਖਿਆ ਇੱਕ ਵਾਰੀ ਦਰਖਤ ਤੇ ਚੜ ਕੇ ਵੇਖੋ ਇਧਰਲੇ ਪਾਸੇ ਨੂੰ। ਬਚਨ ਸਾਚ ਮਨ ਕੋ ਸਦਾ ਨਿਸ਼ਚੈ ਬੋਲੇ ਲੋ। ਕਹਿੰਦਾ ਕਿ ਮੇਰਾ ਨਿਸ਼ਚਾ ਹੈ ਬਹੁਤਾ, ਇਹਨਾਂ ਦਾ ਬਚਨ ਸਦਾ ਸੱਚਾ ਹੀ ਹੁੰਦਾ ਹੈ। ਰਾਏ ਕੱਲੇ ਨੇ ਇਸ ਤਰ੍ਹਾਂ ਕਹਿ ਕੇ ਇੱਕ ਆਦਮੀ ਨੂੰ ਛੇਤੀ ਹੀ ਦਰਖਤ ਉੱਤੇ ਚੜਾ ਦਿੱਤਾ। ਜਦ ਕਰ ਤੁੰਗ ਸਕੰਦ ਪਰ ਸੁਮਗ ਦਰਸਾਇਓ। ਦਰਖਤ ਉੱਤੇ ਚੜ ਕੇ ਜਿਹੜਾ ਮੋਟਾ ਜਿਹਾ ਟਾਹਣਾ ਨਾ ਦਰਖਤ ਦਾ, ਸਕੰਦ ਮੋਟਾ ਟਾਹਣਾ,
ਉਹਦੇ ਉੱਤੇ ਚੜ੍ਹ ਕੇ ਤੇ ਖਲੋ ਕੇ ਉਧਰਲੇ ਪਾਸੇ ਨੂੰ, ਸਰਹੰਦ ਵਾਲੇ ਪਾਸੇ ਨੂੰ ਵੇਖਣ ਲੱਗਾ ਇਹ ਆਦਮੀ। ਮਾਹੀ ਆਵਨ ਤੁਧ ਤੇ ਕਿਨ ਦੇਖਣ ਕੀਨਾ। ਤੇ ਉਹਨੇ ਉੱਤੋਂ ਵੇਖ ਲਿਆ, ਦੂਰ ਨਿਗਾਹ ਗਈ, ਨੂਰਾ ਮਾਈ ਤੁਰਿਆ ਆਉਂਦਾ ਆ ਰਿਹਾ ਹੈ। ਦੂਰ ਜਦੋਂ ਨਿਗਾਹ ਗਈ ਹੈ ਤੇ ਉਸਨੇ ਵੇਖਿਆ ਇਹ ਨੂਰਾ ਮਾਈ ਆ ਰਿਹਾ ਹੈ। ਇਸ ਮਾਵਤ ਬੋਲਿਓ ਕਬੈ ਆਇਓ ਮੈਂ ਕੀਨਾ। ਹੈਰਾਨ ਵੀ ਹੋ ਗਿਆ, ਹੈਰਾਨ ਹੋ ਕਰਕੇ ਕਹਿਣ ਲੱਗਾ ਵੀ ਨੂਰੇ ਨੂੰ ਮੈਂ ਆਉਂਦਿਆਂ ਹੋਇਆਂ ਵੇਖ ਲਿਆ ਹੈ, ਉਹ ਸਾਹਮਣੇ ਆ ਰਿਹਾ ਹੈ। ਨਿਕਟ ਪਹੁੰਚਿਓ ਜਗ ਜਗੋ ਰਹਿੰਦੇ ਤਪਸੋ। ਜਿੰਨਾ ਚਿਰ ਤੁਰਿਆ ਆਉਂਦਾ ਦਿਸਦਾ ਹੈ ਨਾ, ਨੇੜੇ ਪਹੁੰਚ ਗਿਆ, ਉਹਨਾਂ ਚਿਰ ਇਹ ਦਰਖਤ ਤੇ ਚੜ੍ਹਿਆ ਹੋਇਆ ਵੇਖਦਾ ਹੀ ਰਿਹਾ। ਤ੍ਰਿਉ ਤਰ ਪਰ ਤੇ ਤਰੇ ਸੁਣ ਕਰ ਸਭ ਕੋ। ਉਸ ਵੇਲੇ ਥੱਲੇ ਉਤਰਿਆ ਤੇ ਸਾਰਿਆਂ ਨੂੰ ਇਹ ਗੱਲ ਸੁਣਾਈ ਹੈ। ਗਮਨਿਓ ਜੋ ਜਗ ਕੀ ਸੁਭਾਗ ਮਨ ਮਹਿ ਵਿਸਮਾਰ। ਤੇ ਸਾਰੇ ਮਨ ਵਿੱਚ ਹੈਰਾਨ ਹੋ ਗਏ ਵੀ 20 ਯੋਜਨ ਦਾ ਪੈਂਡਾ ਤੈਅ ਕਰਕੇ ਅੱਜ ਹੀ ਆ ਗਿਆ, ਵੀ ਹਾਲੇ 1.5 ਪਹਿਰ ਦਿਨ ਰਹਿੰਦਾ ਹੀ ਹੈ, ਸਵੇਰੇ ਤੋਂ ਰਿਹਾ ਸੀ। ਇਸ ਕਰਕੇ ਇੰਨੇ ਸਮੇਂ ਵਿੱਚ ਹੀ ਆ ਗਿਆ। ਜਿਹੜਾ ਇੰਨਾ ਪੈਂਡਾ ਸੀ, 80 ਕੋਹ ਦਾ ਪੈਂਡਾ ਸੀ, ਸਵੇਰੇ ਤੋਰਿਆ ਸੀ। ਇਹ ਤਾਂ ਗੁਰੂ ਸਾਹਿਬ ਜੀ ਨੇ ਸ਼ਕਤੀ ਦੇ ਦਿੱਤੀ ਨਾ ਨੂਰੇ ਮਾਹੇ ਨੂੰ। ਸਾਧ ਸੰਗਤ ਜੀ, ਜਿਨ੍ਹਾਂ ਨੇ ਰਾਏ ਕੱਲੇ ਨੂੰ ਕਹਿ ਕੇ ਭੇਜਿਆ ਤੇ ਮਹਾਰਾਜ ਨੇ ਆਖਿਆ ਸੀ ਵੀ ਇਹਨੂੰ ਕਹੋ ਵੀ ਛੇਤੀ ਤੁਰਿਆ ਜਾਵੇ, ਛੇਤੀ ਵਾਪਸ ਆ ਜਾਵੇ। ਇਹ ਗੁਰੂ ਸਾਹਿਬ ਜੀ ਦੀ ਸਮਰੱਥਾ ਵਰਤੀ ਆ ਰਾਏ ਕੱਲੇ ਵਿੱਚ, ਵੀ ਉਹਦੀਆਂ ਲੱਤਾਂ ਥੱਕੀਆਂ ਨਹੀਂ, ਉਹਦਾ ਸਰੀਰ ਥੱਕਿਆ ਨਹੀਂ, ਉਹਨੂੰ ਥਕੇਵਾ ਨਹੀਂ ਹੋਇਆ ਇੰਨਾ ਪੈਂਡਾ ਤੈਅ ਕਰਕੇ। ਨਹੀਂ ਤੇ ਇੰਨੇ ਚਿਰ 'ਚ ਤਾਂ ਗੱਡੀ ਜਾ ਕੇ ਨਹੀਂ ਮੁੜ ਸਕਦੀ। ਗੱਡੀ ਤਾਂ ਸ਼ਾਇਦ ਇੰਨਾ ਪੈਂਡਾ ਕਰ ਹੀ ਲਵੇ ਤੈਅ, ਪਰ ਇਨਸਾਨ ਤੇ ਇਨਸਾਨ ਹੀ ਆ ਨਾ। ਪਰ ਗੁਰੂ ਸਾਹਿਬ ਜੀ ਦੀ ਕਲਾ ਜਦੋਂ ਵਰਤਦੀ ਆ ਤੇ ਮਹਾਰਾਜ ਸਾਹਿਬ ਸਭ ਕੁਝ ਕਰ ਦਿੰਦੇ, ਫਿਰ ਥਕੇਵਾ ਨਹੀਂ ਹੁੰਦਾ। ਕਿਉਂਕਿ ਮਹਾਰਾਜ ਦੀ ਕਲਾ ਹੀ ਪਿੱਛੇ ਵਰਤਦੀ ਆਈ ਆ। 1.25 ਲੱਖ ਨਾਲ ਇੱਕ ਨੂੰ ਲੜਨਾ ਆਮ ਇਨਸਾਨ ਥੋੜਾ ਕਿਤੇ 1.25 ਲੱਖ ਨਾਲ ਲੜ ਸਕਦਾ। ਗੁਰੂ ਕਾ ਸਿੰਘ, ਗੁਰੂ ਕਾ ਖਾਲਸਾ ਲੜ ਸਕਦਾ 1.25 ਲੱਖ ਨਾਲ। ਗੁਰੂ ਕਾ ਖਾਲਸਾ, ਗੱਲ ਤੇ ਪਿੱਛੇ ਗੁਰੂ ਕੀ ਆ ਜਾਂਦੀ ਹੈ ਨਾ, ਵੀ ਆਮ ਇਨਸਾਨ ਨਹੀਂ ਲੜ ਸਕਦਾ। ਪਰ ਜਿਸ ਸਿੰਘ ਉੱਤੇ ਗੁਰੂ ਸਾਹਿਬ ਕਿਰਪਾ ਕਰ ਦੇਣ, ਉਹ 1.25 ਲੱਖ ਨਾਲ ਉਹਨੂੰ ਲੜਾ ਦੇਣ, ਤਾਂ ਉਹ ਲੜ ਸਕਦਾ। ਹੁਣ ਆਮ ਇਨਸਾਨ ਇੰਨਾ ਪੈਂਡਾ ਨਹੀਂ ਤੈਅ ਕਰ ਸਕਦਾ। ਤਾਈਓ ਤੇ ਸਾਰੇ ਹੈਰਾਨ, ਰਾਏ ਕੱਲਾ ਵੀ ਬਾਕੀ ਵੀ 20 ਯੋਜਨ ਦਾ ਪੈਂਡਾ ਵਾ, 80 ਕੋਹ ਦਾ ਪੈਂਡਾ ਵਾ, 40 ਕੋਹ ਜਾਣ 40 ਆਉਣ, 10 ਯੋਜਨ ਜਾਣ 10 ਆਉਣ, ਤਾਂ ਵੀ ਇਹ ਇੰਨਾ ਲੰਮਾ ਪੈਂਡਾ ਕਰਕੇ ਆ ਗਿਆ। ਸਾਰੇ ਜਿੰਨੇ ਬੈਠੇ ਹੋਏ ਸੀ, ਸੈਂਕੜੇ ਲੋਕ ਮਨ ਵਿੱਚ ਹੈਰਾਨ ਹੋ ਗਏ। ਕਰਾਮਾਤ ਸਾਹਿਬ ਅਚਰਜ ਲਖਰਾ। ਤੇ ਸਾਰਿਆਂ ਨੇ ਫਿਰ ਮਨ ਵਿੱਚ ਇਹ ਸਮਝਿਆ ਹੈ ਵੀ ਕਰਾਮਾਤ ਦੇ ਮਾਲਕ ਹਨ, ਸਾਹਿਬ ਹਨ ਗੁਰੂ ਗੋਬਿੰਦ ਸਿੰਘ ਜੀ। ਇਹ ਸਾਰਾ ਅਚਰਜ ਕੌਤਕ ਇਹਨਾਂ ਨੇ ਹੀ ਵਿਖਾਇਆ। ਇਹਨਾਂ ਨੇ ਆਪਣੀ ਸ਼ਕਤੀ ਨੂਰੇ 'ਚ ਰੱਖ ਦਿੱਤੀ ਤੇ ਨੂਰੇ ਮਾਏ ਨੂੰ ਏਡੀ ਛੇਤੀ ਸਰਹੰਦ ਭੇਜ ਦਿੱਤਾ ਤੇ ਉੱਥੋਂ ਸਾਰੀ ਉਹ ਖਬਰਸਾਰ ਲੈ ਕੇ ਵਾਪਸ ਵੀ ਆ ਗਿਆ। ਇਤਨੇ ਮਹਿਮਾਈ ਮਾਹੀ ਆਇਓ ਕਰ ਬੰਦਨ ਬੈਸਾ। ਇਸ ਤਰ੍ਹਾਂ ਆਪਸ ਵਿੱਚ ਹੈਰਾਨ ਹੋਏ, ਸੋਚ ਹੀ ਰਹੇ ਸੀ। ਇੰਨੇ ਚਿਰ ਨੂੰ ਨੂਰਾ ਮਾਈ ਵੀ ਨੇੜੇ ਆ ਗਿਆ। ਉਹਨੇ ਕਲਗੀਧਰ ਪਾਤਸ਼ਾਹ ਨੂੰ ਮੱਥਾ ਟੇਕਿਆ, ਬੰਦਨਾ ਕਰਕੇ ਬੈਠ ਗਿਆ ਚਰਨਾਂ ਦੇ ਪਾਸ। ਕਹਿਓ ਸਿਧਾਂਤ ਵਰਤੰਤ ਕੋ ਦੇਖਿਓ ਕਹਿ ਕੈਸਾ। ਕਲਗੀਧਰ ਪਾਤਸ਼ਾਹ ਨੇ ਆਖਿਆ ਵੀ ਨੂਰੇ ਮਾਹੀ, ਸਰਹੰਦ ਦੇ ਬਰਤੰਤ ਨੂੰ ਕਹਿ, ਜੋ ਕੁਝ ਸਰਹੰਦ ਵਿੱਚ ਵਾਪਰਿਆ ਸਾਡੀ ਮਾਤਾ ਜੀ ਦੇ ਨਾਲ, ਸਾਡੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ, ਜੋਰਾਵਰ ਸਿੰਘ ਤੇ ਫਤਿਹ ਸਿੰਘ ਦੇ ਨਾਲ ਜੋ ਕੁਝ ਵਾਪਰਿਆ, ਉਹ ਸਾਰੇ ਹਾਲਾਤ ਨੂੰ ਤੂੰ ਦੱਸ। ਹਾਥ ਜੋੜ ਕਰ ਤਬ ਕਹਿਓ ਤੁਮ ਸਾਜਿਬ ਜਾਗੇ। ਨੂਰੇ ਮਾਹੀ ਦੇ ਹੱਥ ਜੁੜੇ ਹੋਏ ਆ। ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਦੋਵੇਂ ਸਾਹਿਬਜ਼ਾਦੇ, ਆਪ ਜੀ ਦੇ ਦੋਵੇਂ ਸੁਪੁੱਤਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਵੱਡੇ ਮਲੇਸ਼ਾਂ ਨੇ, ਮਲੀਨ ਇੱਛਾ ਵਾਲਿਆਂ ਨੇ, ਪਾਪੀਆਂ ਨੇ, ਹਥਿਆਰਿਆਂ ਨੇ ਬਹੁਤ ਦੀਰਘ ਬਾਅਦ ਝਗੜਾ ਕਰਕੇ ਸਾਹਿਬਜ਼ਾਦਿਆਂ ਦੇ ਨਾਲ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ।
ਮਹਿਰਾਏ ਕੰਡੇ ਕਹਿਓ ਵਿਛੜੇ ਕੋਈ ਸੰਗਾ। ਨੂਰੇ ਮਾਹੀ ਨੇ ਤਾਂ ਇੰਨੀ ਬੇਨਤੀ ਕੀਤੀ ਕਿ ਮਲੇਸ਼ਾਂ ਪਾਪੀਆਂ ਨੇ ਮਹਾਰਾਜ ਆਪ ਜੀ ਦੇ ਪੁੱਤਰਾਂ ਨੂੰ ਖਤਮ ਕਰ ਦਿੱਤਾ। ਫਿਰ ਰਾਏ ਕੱਲੇ ਨੇ ਆਖਿਆ ਵੀ ਹੇ ਨੂਰੇ, ਜਿਸ ਵੇਲੇ ਮਾਤਾ ਜੀ ਤੇ ਗੁਰੂ ਕੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਦੇ ਸੰਗ ਦੇ ਨਾਲੋਂ ਵਿਛੜੇ ਸੀ, ਸਰਸਾ ਦੇ ਕੰਢੇ ਤੇ ਤੈਂਦੇ ਕਿਨ ਪਕੜੇ ਗਏ ਕਿਨ ਭਇਓ ਪ੍ਰਸੰਗਾ। ਉਥੋਂ ਕਿਵੇਂ ਫੜੇ ਗਏ ਤੇ ਕਿਧਰ ਨੂੰ ਗਏ, ਉਹ ਸਾਰਾ ਪ੍ਰਸੰਗ ਕਿਵੇਂ ਹੋਇਆ। ਸਰਬ ਛੋੜ ਦੇ ਅੰਤ ਨੋ ਅਬ ਦੇਹੁ ਸੁਨਾਈ। ਸਾਰਾ ਮੁੱਢ ਤੋਂ ਲੈ ਕੇ ਵਿਛੜਨ ਤੋਂ ਲੈ ਕੇ ਅੰਤ ਤੱਕ ਇਹ ਸਾਰਾ ਪ੍ਰਸੰਗ ਤੈਨੂੰ ਪਤਾ ਲੱਗਾ ਹੋਵੇਗਾ। ਉੱਥੇ ਤੂੰ ਸੁਣ ਕੇ ਆਇਆ ਹੈ ਸਰਹੰਦ ਦੇ ਵਿੱਚੋਂ ਵੀ ਕਿੱਥੇ ਕਿੱਥੇ ਮਾਤਾ ਜੀ ਤੇ ਸਾਹਿਬਜ਼ਾਦੇ ਗਏ, ਉਹ ਸਾਰੀ ਗੱਲਬਾਤ ਸਾਨੂੰ ਸੁਣਾ। ਜਿਸ ਵਾਸਤੇ ਜਿਸ ਖਬਰ ਨੂੰ ਸੁਣਨ ਵਾਸਤੇ ਸਤਿਗੁਰੂ ਜੀ ਇੱਥੇ ਟਿਕੇ ਹੋਏ ਆ, ਉਹ ਸਾਰੀ ਜਿਹੜੀ ਖਬਰ ਹੈ ਤੂੰ ਸਮਝਾ ਕੇ ਕਹਿਣਾ ਕਰ। ਉਸ ਵੇਲੇ ਨੂਰੇ ਮਾਹੀ ਨੇ ਹੱਥ ਜੋੜ ਕਰਕੇ ਸਭ ਲੋਕਾਂ ਦੀ ਸਭਾ ਦੇ ਵਿੱਚ ਇਹ ਸਾਰੀ ਹਕੀਕਤ ਸੁਣਾਈ। ਸੁਨੋ ਪ੍ਰਭੂ ਵਿਛੜੇ ਜਗੈ ਵਿਪਰ ਅਗਾਦੀ। ਆਖਿਆ ਸੁਣੋ ਪ੍ਰਭੂ ਜੀ, ਜਦੋਂ ਆਪ ਜੀ ਤੋਂ ਸਾਹਿਬਜ਼ਾਦੇ ਤੇ ਮਾਤਾ ਜੀ ਸਰਸਾ ਦੇ ਕੰਢੇ ਤੇ ਵਿਛੜ ਗਏ ਸੀ ਨਾ, 6 ਪੋਹ ਦੀ ਰਾਤ ਤੋਂ ਅੱਗੇ ਜਦੋਂ 7 ਪੋਹ ਦਾ ਦਿਨ ਚੜ੍ਹਨ ਵਾਲਾ ਸੀ, ਜਿਸ ਵੇਲੇ ਸਰਸਾ ਦੇ ਕੰਢੇ ਤੋਂ ਵਿਛੜੇ ਹਨ, ਉਸ ਵੇਲੇ ਅੱਗੇ ਇੱਕ ਬ੍ਰਾਹਮਣ ਮਿਲਿਆ ਹੈ, ਗੰਗੂ ਨਾਮ ਦਾ ਬ੍ਰਾਹਮਣ। ਮਾਤਾ ਜੀ ਦੇ ਨਾਲ ਉਹਨੇ ਕਪਟ ਕੀਤਾ ਤੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਹ ਆਪ ਜੀ ਤੋਂ ਵੱਖਰੇ ਕਰਕੇ ਨਿਰਾਲੇ ਕਰਕੇ ਲੈ ਗਿਆ। ਉਹ ਪਾਪੀ ਬ੍ਰਾਹਮਣ ਲੋਭ ਕਰਕੇ ਆਪਣੇ ਮਨ ਵਿੱਚ ਮਾਤਾ ਜੀ ਤੇ ਛੋਟੇ ਲਾਲਾ ਨੂੰ ਆਪਣੇ ਪਿੰਡ ਆਪਣੇ ਘਰ ਵਿੱਚ ਲੈ ਗਿਆ। ਰੱਥ ਦੇ ਵਿੱਚ ਮਾਤਾ ਜੀ ਸਨ ਤੇ ਨਾਲ ਦੋਵੇਂ ਸਾਹਿਬਜ਼ਾਦੇ ਸਨ। ਇੱਕ ਖੱਚਰ ਸੀ, ਉਹ ਦਾਸ ਨੇ ਨਾਲ ਖੱਚਰ ਫੜੀ ਹੋਈ ਸੀ। ਉਸ ਖੱਚਰ ਦੇ ਉੱਤੇ ਇੱਕ ਗਠੜੀ ਸੀ, ਉਹਦੇ ਵਿੱਚ ਮੋਹਰਾਂ ਲੱਦੀਆਂ ਹੋਈਆਂ ਸਨ। ਉਸ ਗੰਗੂ ਬ੍ਰਾਹਮਣ ਨੇ ਆਪਣੇ ਪਿੰਡ ਖੇੜੀ ਲਿਜਾ ਕਰਕੇ ਮਾਤਾ ਜੀ ਤੇ ਲਾਲਾਂ ਦਾ ਉਤਾਰਾ ਕਰਵਾਇਆ ਤੇ ਨਾਲ ਇੱਕ ਉਹ ਖੱਚਰ ਨੂੰ ਤੋਰਨ ਵਾਲਾ ਦਾਸ ਸੀ। ਸਾਰੀਆਂ ਵਸਤੂਆਂ ਉਸਨੇ ਉਤਾਰ ਕਰਕੇ ਆਪਣੇ ਘਰੇ ਰੱਖੀਆਂ। ਉਸ ਬ੍ਰਾਹਮਣ ਦੇ ਪਿੰਡ ਦਾ ਨਾਮ ਖੇੜੀ ਸੀ, ਜੋ ਅਦਮ ਕੁਚਾਰੀ, ਬਹੁਤ ਖੋਟੀ ਚਾਲ ਵਾਲਾ ਤੇ ਨੀਚ ਬ੍ਰਾਹਮਣ ਸੀ ਉਹ ਗੰਗੂ ਨਾਮ ਦਾ ਬ੍ਰਾਹਮਣ। ਇਹ ਮਹਾਰਾਜ ਜਿਹੜਾ ਗੰਗੂ ਬ੍ਰਾਹਮਣ ਹੈ, ਉਸਨੇ ਕੁਝ ਮਸੰਦੀ ਵੀ ਕੀਤੀ ਸੀ, ਭਾਵੇਂ ਸੰਗਤ ਦੇ ਨਾਲ ਸੰਗਤ ਨੂੰ ਆਨੰਦਪੁਰ ਸਾਹਿਬ ਲੈ ਕੇ ਵੀ ਆਉਂਦਾ ਰਿਹਾ। ਇਸ ਕਰਕੇ ਇਹਦੀ ਜਾਣ ਪਛਾਣ ਕੁਝ ਹੈ ਸੀ, ਜੋ ਮਾਤਾ ਜੀ ਦੇ ਨਾਲ ਪਹਿਲਾਂ ਹੀ। ਇਸ ਨੇ ਮਾਤਾ ਜੀ ਦੇ ਪਾਸ ਉਹ ਸੋਨੇ ਦੀਆਂ ਮੋਹਰਾਂ ਵੇਖ ਲਈਆਂ, ਧਨ ਵੇਖ ਲਿਆ ਤੇ ਉਹਦੇ ਲਾਲਚ ਵਿੱਚ ਮਾਤਾ ਜੀ ਨੂੰ ਫਿਰ ਮਿੱਠੇ ਪਿਆਰੇ ਬੋਲ ਕਹਿ ਕਰਕੇ ਕਪਟ ਕਰਕੇ ਆਪਣੇ ਨਾਲ ਲੈ ਗਿਆ। ਖੱਜਰ ਦੇ ਉੱਤੇ ਮੋਹਰਾਂ ਦੀ ਦਿਨਾਰਾਂ ਦੀ ਜਿਹੜੀ ਖੁਰਜੀ ਸੀ ਉਹ ਇਹਨੇ ਵੇਖ ਲਈ ਸੀ, ਇਸ ਕਰਕੇ ਇਹਦੇ ਮਨ ਵਿੱਚ ਲਾਲਚ ਪੈਦਾ ਹੋ ਗਿਆ। ਮਾਤਾ ਜੀ ਤੇ ਛੋਟੇ ਲਾਲ ਬਹੁਤਾ ਸਫ਼ਰ ਕੀਤਾ ਸੀ, ਬਹੁਤਾ ਪੈਂਡਾ ਕੀਤਾ ਸੀ, ਇਸ ਕਰਕੇ ਬਹੁਤੇ ਥੱਕੇ ਹੋਏ ਸਨ। ਬਹੁਤੀ ਵਾਟ ਚੱਲ ਕਰਕੇ ਤਾਂ ਮਾਤਾ ਜੀ ਤੇ ਲਾਲਾ ਨੇ ਜਿਸ ਵੇਲੇ ਰਾਤ ਨੂੰ ਵਿਸਰਾਮ ਕੀਤਾ, ਤਾਂ ਉਸ ਮੌਕੇ ਤੇ ਜਦੋਂ ਸਾਰੀਆਂ ਵਸਤੂਆਂ ਉਹ ਗਠੜੀ ਖੁਰਜੀ ਜਿਹੜੀ ਸੀ ਵਿੱਚੇ ਗਠੜੀ ਦੇ ਸੀ ਮੋਹਰਾਂ ਵਾਲੀ ਦਿਨਾਰਾਂ ਵਾਲੀ,
ਇਹਨੇ ਰਾਤ ਦੇ ਮੌਕੇ ਤੇ ਅੱਖ ਬਚਾ ਕਰਕੇ ਤੇ ਉਹ ਮੋਹਰਾਂ ਦੀ ਜਿਹੜੀ ਖੁਰਜੀ ਸੀ ਉਹ ਚੁੱਕ ਲਈ ਤੇ ਆਪਣੇ ਘਰ ਦੇ ਵਿੱਚ ਇੱਕ ਪਾਸੇ ਲੈ ਗਿਆ। ਦਾਬੀ ਆਪਣੀ ਭੇਟ ਹੈ ਜਾਣੈ ਕਹਾਣੀ। ਧਰਤੀ ਦੇ ਵਿੱਚ ਟੋਆ ਪੁੱਟ ਕੇ ਤੇ ਮੋਹਰਾਂ ਦੀ ਖੁਰਜੀ ਇਸ ਗੰਗੂ ਬ੍ਰਾਹਮਣ ਨੇ ਆਪਣੇ ਘਰ ਵਿੱਚ ਦੱਬ ਦਿੱਤੀ ਵੀ ਕਿਸੇ ਨੂੰ ਪਤਾ ਨਾ ਲੱਗੇ। ਕਿਤ ਕਟੇਰ ਰਹਿਆਨ ਕਰ ਬੋਲਿਓ ਦਿਲ ਪਾਪੀ। ਉਹ ਜਦੋਂ ਦੱਬ ਕੇ ਆ ਗਿਆ ਨਾ ਮਿੱਟੀ ਦੇ ਵਿੱਚ ਤੇ ਕੁਝ ਦੇਰ ਬਾਅਦ ਆ ਕਰਕੇ ਮਾਤਾ ਜੀ ਕੋਲੇ ਬੋਲਣ ਲੱਗ ਪਿਆ ਇਹ ਪਾਪੀ ਬ੍ਰਾਹਮਣ। ਲੋਕ ਗ੍ਰਾਮ ਕੇ ਚੂਰ ਹੈ ਸੁਖੀ ਰਬ ਆਪਣੀ। ਆਖਿਆ ਮਾਤਾ ਜੀ ਮੇਰੇ ਨਗਰ ਦੇ ਲੋਕ ਚੋਰ ਹਨ ਤੇ ਤੁਸੀਂ ਸਾਵਧਾਨੀ ਰੱਖਿਓ ਆਪਣੀ, ਸੁਚੇਤ ਹੋ ਕਰਕੇ ਰਿਓ, ਰਾਤ ਨੂੰ ਕੋਈ ਚੋਰੀ ਨਾ ਕਰਕੇ ਲੈ ਜਾਵੇ। ਵਸਤ ਸੰਭਾਲੋ ਆਪਣੀ ਮੈਂ ਭਾਗ ਸੁਨਾਮੋ। ਮਾਤਾ ਜੀ ਮੈਂ ਆਪ ਜੀ ਨੂੰ ਬੋਲ ਕੇ ਸੁਣਾ ਦਿੱਤਾ ਹੈ, ਆਪਣੀਆਂ ਵਸਤੂਆਂ ਸਾਂਭ ਕੇ ਰੱਖਿਓ, ਕੋਈ ਚੋਰ ਨਾ ਲੈ ਜਾਵੇ। ਦੋਸ਼ ਨਾ ਦੀਜੈ ਕੋਈ ਕੋ ਸਭ ਭੇਦ ਜਾਣੋ। ਮਾਤਾ ਜੀ ਮੈਂ ਪਹਿਲਾਂ ਹੀ ਆਪ ਜੀ ਨੂੰ ਸਾਰਾ ਭੇਦ ਦੱਸ ਦਿੱਤਾ, ਬਾਅਦ ਵਿੱਚ ਮੈਨੂੰ ਦੋਸ਼ ਨਾ ਲਾਇਓ ਜੇ ਮੋਹਰਾਂ ਚੁੱਕੀਆਂ ਗਈਆਂ, ਜੇ ਚੋਰੀ ਹੋ ਗਈ ਤੇ ਮੇਰੇ ਤੇ ਦੋਸ਼ ਨਾ ਲਾਇਓ। ਦਾਸ ਮੈਂ ਉਤੋ ਬਹਿ ਕੋ ਸੁਣ ਕਿਛ ਛਿਨ ਆਇਓ। ਉਹ ਜਿਹੜਾ ਦਾਸ ਸੀ ਨਾ ਨਾਲ ਖੱਚਰ ਨੂੰ ਤੋਰਨ ਵਾਲਾ, ਉਹ ਉਸ ਮੌਕੇ ਤੇ ਘਰ ਤੋਂ ਬਾਹਰ ਗਿਆ ਹੋਇਆ ਸੀ। ਉਹਨੇ ਚਿਰ ਨੇ ਇਹਨੇ ਆਪਣਾ ਕੰਮ ਕਰ ਲਿਆ ਮੋਹਰਾਂ ਚੁੱਕ ਕੇ। ਤਾਂ ਜਿਸ ਵੇਲੇ ਉਹ ਦਾਸ ਜਿਸ ਛਿਨ ਬਾਹਰ ਤੋਂ ਅੰਦਰ ਘਰ ਵਿੱਚ ਆਇਆ, ਤਿਮਰ ਭੈ ਤੇ ਬਸ ਸਭ ਸਭਾ ਹਟਾਇਓ। ਹਨੇਰੇ ਦੇ ਵਿੱਚ ਜਦੋਂ ਵਾਪਸ ਘਰੇ ਆਇਆ, ਕੋਈ ਆਪਣੀ ਕਿਰਿਆ ਕਰਨ ਵਾਸਤੇ ਗਿਆ ਹੋਵੇਗਾ ਬਾਹਰ, ਹਨੇਰੇ ਤੇ ਜਦੋਂ ਅੰਦਰ ਉਹ ਆਪਣੀਆਂ ਵਸਤੂਆਂ ਸਾਰੀਆਂ ਮਾਤਾ ਜੀ ਵਾਲੀਆਂ ਜਿਹੜੀਆਂ ਸੀ ਉਹ ਸੰਭਾਲਣ ਲੱਗਾ ਦਾਸ। ਤਬੈ ਦਾਸ ਮਹਿਮਾਨ ਕੋ ਜੀ ਵਿਚਨਾਹੀ। ਉਹ ਗਠੜੀ ਜੀ ਖੋਲ ਕੇ ਜਦੋਂ ਸਾਂਭ ਕੇ ਰੱਖਣ ਲੱਗਾ ਵਸਤੂਆਂ ਤੇ ਵੇਖਿਆ ਤੇ ਵਿੱਚ ਮੋਹਰਾਂ ਵਾਲੀ ਖੁਰਜੀ ਹੈ ਨਹੀਂ। ਫਿਰ ਮਾਤਾ ਜੀ ਨੂੰ ਉਸ ਦਾਸ ਨੇ ਬੇਨਤੀ ਕੀਤੀ ਕਿ ਮਾਤਾ ਜੀ ਇਹਦੇ ਵਿੱਚ ਤਾਂ ਮੋਹਰਾਂ ਵਾਲੀ ਖੁਰਜੀ ਹੈ ਨਹੀਂ ਹੈ। ਅਸਤਰ ਆਪ ਸਭ ਹੈ ਧਰੇ ਮਾਤਾ ਸੁਨ ਪ੍ਰਾਤੀ। ਦਾਸ ਨੇ ਆਖਿਆ ਮਾਤਾ ਜੀ ਬਸਤਰ ਸਾਰੇ ਹਨ, ਬਸਤਰ ਤੋਂ ਆਦਿਕ ਜਿਹੜੀਆਂ ਵਸਤੂਆਂ ਉਹ ਹਨ, ਇਹਦੇ ਵਿੱਚ ਧਰੀਆਂ ਹਨ, ਪਰ ਇਹਦੇ ਵਿੱਚ ਮੋਹਰਾਂ ਨਹੀਂ। ਮਾਤਾ ਜੀ ਸੁਣ ਕੇ ਕਹਿਣ ਲੱਗੇ, ਜਿਹੜੀ ਘਰ ਮਹਿ ਕੋ ਅਮਰ ਮਹਿ ਆਪਣੇ ਕੈਸੋ। ਕਹਿਣ ਲੱਗੇ ਦਾਸ ਨੂੰ ਵੀ ਇਸ ਬ੍ਰਾਹਮਣ ਦੇ ਘਰ ਵਿੱਚ ਹੋਰ ਤਾਂ ਕੋਈ ਹੈ ਨਹੀਂ, ਜਾਂ ਆਪਾਂ ਹਾਂ ਤੇ ਜਾਂ ਇਹ ਬ੍ਰਾਹਮਣ ਹੈ, ਇਸ ਦਾ ਪਰਿਵਾਰ ਹੈ। ਤਹੀ ਹੋਏ ਬੜੀ ਪੂਜ ਅੰਦਰ ਕਿਤੋ। ਇਹ ਗੰਗੂ ਬ੍ਰਾਹਮਣ ਨੇ ਕਿਤੇ ਰੱਖੀ ਹੋਵੇਗੀ, ਇਸ ਨੂੰ ਪੁੱਛ, ਕਿਤੇ ਘਰੇ ਹੀ ਇਹਨੇ ਰੱਖੀ ਹੋਣੀ ਮੋਹਰਾਂ ਦੀ ਖੁਰਜੀ। ਸੁਣ ਕੇ ਪੁੱਛੋ ਦਾਸ ਨਿਜ ਖੁਰਜੀ ਤੈ ਨਹੀਂ। ਧੰਨ ਮਾਤਾ ਗੁਜਰ ਕੌਰ ਜੀ ਤੋਂ ਪੁੱਛ ਕਰਕੇ ਸੁਣ ਕਰਕੇ ਪੁੱਛਿਆ ਇਹ ਦਾਸ ਨੇ ਉਸ ਪੰਡਤ ਨੂੰ ਕਿ ਪੰਡਤ ਜੀ ਮੋਹਰਾਂ ਦੀ ਖੁਰਜੀ ਤੁਸੀਂ ਲਈ ਹੈ, ਤੁਸੀਂ ਸਾਂਭੀ ਹੈ, ਜੇ ਕਿਤੇ ਰੱਖੀ ਹੈ ਤੇ ਦੱਸੋ। ਖੇਤ ਸੰਭਾਰਨ ਕੇ ਧੜੀ ਅੰਤਰਗਤ ਕੀਤੀ। ਤੁਸੀਂ ਸੰਭਾਲਣ ਵਾਸਤੇ ਕਿਤੇ ਅੰਦਰ ਰੱਖੀ ਹੋਵੇਗੀ, ਅੰਦਰ ਕਰਕੇ ਰੱਖੀ ਹੋਵੇਗੀ। ਸੁਣਤ ਤੇ ਜਾ ਮਤ ਮਾਤਰ ਉੱਚੀ ਧੁਨ ਭਾਗੇ। ਉਸ ਵੇਲੇ ਦਾਸ ਦੀ ਇਹ ਬੇਨਤੀ ਸੁਣ ਕਰਕੇ ਜਿਹੜਾ ਅਧਮ ਬ੍ਰਾਹਮਣ ਹੈ ਨਾ, ਨੀਚ ਬ੍ਰਾਹਮਣ, ਖੋਟੀ ਮੱਤ ਵਾਲਾ, ਤੇ ਜਿਹਦੇ ਮਨ ਦੇ ਵਿੱਚ ਜਿਹਨੇ ਕੁਮਤੀ ਧਾਰਨ ਕੀਤੀ ਹੋਈ ਹੈ, ਖੋਟੀ ਮੱਤ ਧਾਰਨ ਕੀਤੀ ਹੋਈ ਹੈ, ਇੰਨੀ ਗੱਲ ਸੁਣ ਕਰਕੇ ਉੱਚੀ ਉੱਚੀ ਬੋਲਣ ਲੱਗ ਪਿਆ। ਇਹ ਮੁਝ ਕੋ ਗੁਣ ਤੁਮ ਕਰੋ ਮਰਦੇ ਮੈਂ ਰੱਖੇ। ਕਹਿੰਦਾ ਆਹ ਗੁਣ ਤੁਸੀਂ ਮੇਰੇ ਨਾਲ ਕੀਤਾ ਹੈ, ਤੁਹਾਨੂੰ ਮਰਦਿਆਂ ਨੂੰ ਆਪਣੇ ਘਰੇ ਲੈ ਆਇਆ, ਆਪਣੇ ਘਰੇ ਲਿਆ ਕੇ ਰੱਖਿਆ, ਤੇ ਆ ਚੋਰੀ ਦਾ ਇਲਜ਼ਾਮ ਲਾਉਣਾ ਸੀ ਮੇਰੇ ਉੱਤੇ। ਸਾਰੇ ਪਾਸੇ ਸਿਪਾਹੀ ਤੁਹਾਨੂੰ ਲੱਭਦੇ ਫਿਰਦੇ ਤੇ ਮੈਂ ਆਪਣੇ ਘਰੇ ਲੈ ਆਇਆ, ਤੇ ਮੇਰੇ ਉੱਤੇ ਤੁਸੀਂ ਆਹ ਗੁਣ ਕੀਤਾ ਜੇ, ਮਰਦਿਆਂ ਨੂੰ ਤੁਹਾਨੂੰ ਮੈਂ ਆਪਣੇ ਘਰੇ ਲਿਆ ਕੇ ਰੱਖਿਆ ਹੈ। ਅਤਸ਼ਾਹੀ ਮਨ ਰੰਗ ਕੀ ਨਹਿ ਸ਼ਰਨਾਵੋ। ਕਹਿੰਦਾ ਬਾਦਸ਼ਾਹੀ ਹੈ ਔਰੰਗਜ਼ੇਬ ਦੀ, ਇਸ ਕਰਕੇ ਤੁਸੀਂ ਮੇਰੇ ਤੇ ਦੂਸ਼ਣ ਨਾ ਲਾਓ। ਆਨ ਰਹਿ ਤੁਰਤ ਹੀ ਮੁਝ ਚੋਰ ਬਣਾਵੋ। ਤੁਸੀਂ ਮੈਨੂੰ ਚੋਰ ਬਣਾਉਂਦੇ ਹੋ, ਮੈਨੂੰ ਆ ਕਰਕੇ ਉਹ ਫੜ ਲੈਣਗੇ। ਕਿਆ ਫਲ ਆਗੇ ਕਰੋਗੇ ਮੈਂ ਜੀਤ ਬਚਾਏ। ਤੁਸੀਂ ਅੱਗੇ ਮੇਰੇ ਤੇ ਕੀ ਫਲ ਕਰੋਗੇ,
ਕੀ ਮੈਨੂੰ ਫਲ ਦਿਓਗੇ ਤੁਸੀਂ? ਮੈਂ ਤੁਹਾਨੂੰ ਜਿਉਂਦਿਆਂ ਨੂੰ ਬਚਾਇਆ ਤੇ ਤੁਸੀਂ ਮੇਰੇ ਉੱਤੇ ਇਲਜ਼ਾਮ ਲਾਉਂਦੇ ਹੋ। ਅਬ ਮੁਝ ਕੋ ਇੱਕ ਬਾਰ ਮੈਂ ਸੋਹਤਾਈ। ਬ੍ਰਾਹਮਣ ਕਹਿਣ ਲੱਗਾ, ਹੁਣ ਮੈਨੂੰ ਤੁਹਾਡੇ ਤੇ ਇਤਬਾਰ ਨਹੀਂ ਹੈ, ਤੁਸੀਂ ਛੇਤੀ ਨਾਲ ਮੇਰੇ ਘਰ ਤੋਂ ਬਾਹਰ ਨਿਕਲ ਜਾਓ। ਸੁਨਹਿ ਕੇ ਨਾਈ ਗੁਣ ਬਾਤ ਹੈ ਘਰ ਮੈਂ ਰੱਖੇ। ਜੇ ਕੋਈ ਆਦਮੀ ਸੁਣ ਲਵੇਗਾ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਮਾਤਾ ਹੈ ਤੇ ਇਸ ਨੇ ਆਪਣੇ ਘਰੇ ਰੱਖਿਆ ਹੋਇਆ ਹੈ, ਤਬੈ ਤੁਰਤ ਦੇ ਕਹਿ ਗੁਰ ਪਰ ਬਹੁ ਮਾਖੇ। ਤਾਂ ਉਸ ਵੇਲੇ ਫਿਰ ਤੁਰਕ ਮੈਨੂੰ ਕੈਦ ਕਰ ਲੈਣਗੇ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਉੱਤੇ ਤੁਰਕ ਬਹੁਤ ਗੁੱਸੇ ਵਿੱਚ ਆਏ ਹੋਏ ਹਨ। ਮਾਤਾ ਜੀ ਨੂੰ ਸਾਹਮਣੇ ਖਲੋ ਕੇ ਮਾਤਾ ਜੀ ਨੂੰ ਕਹਿਣ ਲੱਗ ਪਿਆ ਪਾਪੀ ਬ੍ਰਾਹਮਣ, ਕਹਿੰਦਾ ਤੇਰੇ ਪੁੱਤ ਨੇ ਕੋਈ ਚੰਗਾ ਕੰਮ ਥੋੜਾ ਕੀਤਾ। ਤੇਰੇ ਪੁੱਤ ਗੁਰੂ ਗੋਬਿੰਦ ਸਿੰਘ ਨੇ ਤੁਰਕਾਂ ਦੀ ਬੜੀ ਫੌਜ ਮਾਰ ਦਿੱਤੀ, ਉਹਨੇ ਭਲਾਈ ਥੋੜਾ ਕੋਈ ਕੀਤੀ ਹੈ। ਹੇ ਮਾਤਾ, ਤੇਰਾ ਪੁੱਤ ਬਾਦਸ਼ਾਹ ਔਰੰਗਜ਼ੇਬ ਨੂੰ ਜਿੱਤਣਾ ਚਾਹੁੰਦਾ ਹੈ। ਤੇਰੇ ਪੁੱਤ ਗੁਰੂ ਗੋਬਿੰਦ ਸਿੰਘ ਨੇ ਨਿੱਤ ਦੀ ਧੂਮ ਮਚਾਈ ਹੋਈ ਹੈ, ਉਹਨੇ ਉੱਧੜ ਧੁੰਮੀ ਚੁੱਕੀ ਹੋਈ ਹੈ। ਉਹ ਬਾਦਸ਼ਾਹ ਨਾਲ ਆਡਾ ਲਾਈ ਬੈਠਾ ਹੈ, ਬਾਦਸ਼ਾਹ ਨੂੰ ਜਿੱਤਣਾ ਚਾਹੁੰਦਾ ਹੈ ਤੇਰਾ ਪੁੱਤਰ। ਹੇ ਮਾਤਾ, ਮੈਂ ਤੁਹਾਨੂੰ ਆਪਣੇ ਘਰੇ ਲਿਆ ਕੇ ਉਤਾਰਾ ਦਿੱਤਾ, ਤੁਹਾਨੂੰ ਸਿਪਾਹੀਆਂ ਤੋਂ ਫੌਜ ਤੋਂ ਬਚਾਇਆ ਤੇ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਦੇ ਹੋ। ਕਿਉਂ ਨਾ ਜਾਣੋ ਜਿਤ ਕੋ ਤੁਮ ਅਬ ਲਓ ਜਿਤ ਕੋ ਦੀ। ਹਾਲੇ ਤਾਂ ਥੋੜੇ ਹੀ ਮੇਰੇ ਨਾਲ ਤੁਹਾਡੀ ਬੀਤੀ ਹੈ, ਹੁਣ ਜਿੱਧਰ ਤੁਸੀਂ ਜੀ ਕਰਦਾ ਏ ਚਿੱਤ ਚਾਹੁੰਦਾ ਉਧਰ ਨੂੰ ਕਿਉਂ ਨਹੀਂ ਚਲੇ ਜਾਂਦੇ? ਤੁਸੀਂ ਮੇਰੇ ਘਰੋਂ ਚਲੇ ਜਾਓ। ਉੱਚੀ ਧੁਨ ਤੇ ਬੋਲ ਭਾਵ ਸੁਣਾਵੇ। ਉੱਚੀ ਧੁਨ ਦੇ ਨਾਲ ਉੱਚੀ ਉੱਚੀ ਬੋਲੀ ਜਾਂਦਾ ਹੈ, ਕਿਉਂਕਿ ਬੇਈਮਾਨ ਹੋ ਗਿਆ ਨਾ, ਜਾਣ ਬੁੱਝ ਕੇ ਉੱਚੀ ਬੋਲਦਾ ਸੀ ਵੀ ਲੋਕਾਂ ਨੂੰ ਪਤਾ ਲੱਗ ਜਾਵੇ। ਇਸ ਤਰ੍ਹਾਂ ਉੱਚੀ ਉੱਚੀ ਰੌਲਾ ਪਾਈ ਜਾਂਦਾ ਹੈ, ਉੱਚੀ ਧੁਨ ਦੇ ਨਾਲ ਬੋਲਦਾ ਹੈ, ਬਹੁਤੇ ਲੋਕਾਂ ਨੂੰ ਸੁਣਾਉਂਦਾ ਹੈ। ਔਤਰ ਸੰਗ ਨੇ ਬਾਤ ਪਰਵਾਵੇ। ਤਾਂ ਮਾਤਾ ਜੀ ਚਾਹੁੰਦਾ ਹੈ ਉਹ ਵੀ ਹੁਣ ਮਾਤਾ ਜੀ ਆਪਣੇ ਪੋਤਰਿਆਂ ਨੂੰ ਲੈ ਕਰਕੇ ਚਲੇ ਜਾਣ ਮੇਰੇ ਘਰੋਂ। ਖਿਆਲ ਸੀ ਉਹਦਾ ਵੀ ਹੁਣ ਮੋਹਰਾਂ ਤੇ ਮੇਰੇ ਪ੍ਰਾਪਤ ਹੋ ਹੀ ਗਈਆਂ ਤੇ ਹੁਣ ਕਿਤੇ ਤੁਰਕਾਂ ਨੂੰ ਪਤਾ ਲੱਗ ਗਿਆ ਤੇ ਮੈਨੂੰ ਫੜ ਹੀ ਨਾ ਲੈਣ। ਫੜਨ ਤੋਂ ਪਹਿਲਾਂ ਮੈਂ ਰੌਲਾ ਪਾ ਦੇਵਾਂ, ਆਪ ਹੀ ਗ੍ਰਿਫਤਾਰ ਕਰਵਾ ਦੇਵਾਂ। ਤੇ ਮਾਤਾ ਜੀ ਵੀ ਖਿਆਲ ਕਰਦੇ ਆ ਵੀ ਇਹ ਰੌਲਾ ਪਾਉਂਦਾ ਮੈਂ ਆਪਣੇ ਪੋਤਰਿਆਂ ਨੂੰ ਲੈ ਕਰਕੇ ਕਿਸੇ ਪਾਸੇ ਚਲੇ ਹੀ ਜਾਵਾਂ। ਫਿਰ ਵੀ ਇਹ ਝੂਠਾ ਬੰਦਾ ਜਿਹੜਾ ਹੈ ਨਾ, ਪਾਪੀ, ਨਹੀਂ ਰਹਿ ਸਕਿਆ, ਚਾਹੁੰਦਾ ਹੈ ਵੀ ਮੈਂ ਹੁਣ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦੇਵਾਂ। ਸਭ ਦੇ ਨਾਮ ਕੋ ਰੱਖੋ ਨੈਣਾ ਲਗਾਈ। ਇਸ ਕਰਕੇ ਵੀ ਜਿੰਨੇ ਦਿਨਾਰ ਆਏ ਸੋਨੇ ਦੀਆਂ ਮੋਹਰਾਂ ਹਨ, ਇਹਨਾਂ ਨੂੰ ਮੈਂ ਰੱਖ ਲਵਾਂ, ਕਿਸੇ ਨੂੰ ਪਤਾ ਹੀ ਨਹੀਂ ਲੱਗੇਗਾ ਵੀ ਮੋਹਰਾਂ ਮੇਰੇ ਪਾਸ ਹਨ। ਉੱਚੀ ਉੱਚੀ ਬੋਲਦਾ ਹੋਇਆ ਆਪਣੇ ਖੇੜੀ ਪਿੰਡ ਦੇ ਵਿੱਚ ਛੇਤੀ ਛੇਤੀ ਬਾਹਰ ਨੂੰ ਚਲੇ ਗਿਆ। ਪਹਿਲੋਂ ਆਪਣੇ ਪਿੰਡ ਦੇ ਚੌਧਰੀ ਕੋਲੇ ਗਿਆ ਗੰਗੂ ਪਾਪੀ, ਜਾ ਕੇ ਆਪਣੇ ਖੇੜੀ ਪਿੰਡ ਦੇ ਚੌਧਰੀ ਨੂੰ ਇਹ ਗੱਲ ਇਹਨੇ ਦੱਸੀ ਹੈ। ਸਾਰੀ ਗੱਲਬਾਤ ਦੱਸ ਕੇ ਤੇ ਉਸ ਚੌਧਰੀ ਨੂੰ ਨਾਲ ਲੈ ਲਿਆ ਤੇ ਮਨ ਵਿੱਚ ਇਸ ਤਰ੍ਹਾਂ ਇਹਨੇ ਵਿਚਾਰ ਕੀਤੀ ਹੈ। ਚੌਧਰੀ ਨੂੰ ਆਖਿਆ ਹੈ ਵੀ ਤੁਸੀਂ ਸਾਰਾ ਭੇਦ ਜਾਣ ਲਿਆ ਹੈ, ਸਾਰਾ ਦੱਸ ਦਿੱਤਾ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਮੇਰੇ ਘਰ ਵਿੱਚ ਵਾ ਤੇ ਆਪਾਂ ਉਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਇਨਾਮ ਪ੍ਰਾਪਤ ਕਰੀਏ ਚੌਧਰੀ ਸਾਹਿਬ। ਤੇ ਚੌਧਰੀ ਨੂੰ ਨਾਲ ਲੈ ਕਰਕੇ ਤੇ ਫਿਰ ਮਰਿੰਡੇ ਨੂੰ ਚਲੇ ਗਿਆ ਕਿ ਉੱਥੋਂ ਦੇ ਥਾਣੇਦਾਰਾਂ ਨੂੰ ਦੱਸ ਦਈਏ। ਚੌਧਰੀ ਨੂੰ ਕਹਿੰਦਾ ਨਾਲੇ ਇਨਾਮ ਲਵਾਂਗੇ, ਬਹੁਤਾ ਧਨ ਮਿਲੇਗਾ ਆਪਾਂ ਨੂੰ ਤੁਰਕਾਂ ਦੇ ਕੋਲੋਂ, ਤੇ ਨਾਲੇ ਉਹ ਬੜੀ ਵਡਿਆਈ ਵੀ ਦੇਣਗੇ।
ਵਡਿਆਈ ਵੀ ਬੜੀ ਮਿਲੇਗੀ ਵੀ ਬਹੁਤ ਚੰਗਾ ਕੰਮ ਤੁਸੀਂ ਕੀਤਾ ਹੈ, ਸਰਕਾਰ ਦੇ ਬਾਗੀਆਂ ਨੂੰ ਗ੍ਰਿਫਤਾਰ ਕਰਵਾਇਆ ਹੈ, ਤੇ ਨਾਲੇ ਧਨ ਬੜਾ ਮਿਲ ਜਾਣਾ ਹੈ। ਗੁਰ ਹਰਿ ਕੀ ਮਾਤਾ ਅਨੰਦ ਕਹਿ ਕਹਿ ਹਰਿ ਖਾਈ। ਤੇ ਗੁਰੂ ਗੋਬਿੰਦ ਸਿੰਘ ਜੋ ਇਹਨਾਂ ਦੇ ਅਰ ਹਨ, ਦੁਸ਼ਮਣ ਹਨ, ਇਸ ਕਰਕੇ ਗੁਰੂ ਜੋ ਦੁਸ਼ਮਣ ਹੈ ਉਹਨਾਂ ਦੇ ਮਾਤਾ ਜੀ ਤੇ ਛੋਟੇ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਬਹੁਤ ਖੁਸ਼ ਹੋਣਗੇ। ਇਸ ਤਰ੍ਹਾਂ ਗੰਗੂ ਪਾਪੀ ਨੇ, ਬ੍ਰਾਹਮਣ ਨੇ ਤੇ ਖੇੜੀ ਪਿੰਡ ਦੇ ਚੌਧਰੀ ਨੇ, ਦੋਵਾਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਫਿਰ ਛੇਤੀ ਦੇ ਨਾਲ ਮਰਿੰਡੇ ਨੂੰ ਚੱਲ ਪਏ। ਇਧਰਲੇ ਪਾਸੇ ਤੁਰਕਾਂ ਦੀ ਕੁਝ ਫੌਜ ਵੀ ਲੱਭਦੀ ਫਿਰਦੀ ਸੀ ਕਿ ਕੋਈ ਸਿੱਖ ਮਿਲ ਜਾਵੇ, ਕਿਸੇ ਪਾਸੇ ਗੁਰੂ ਸਾਹਿਬ ਮਿਲ ਜਾਣ, ਕੋਈ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਦਾ ਮੈਂਬਰ ਮਿਲ ਜਾਵੇ। ਇਹ ਦੋਵੇਂ ਪਾਪ ਕਰਨ ਵਾਲੇ ਪਾਪੀ ਮਰਿੰਡੇ ਸ਼ਹਿਰ ਵਿੱਚ ਪਹੁੰਚ ਗਏ ਹਨ। ਉਸ ਵੇਲੇ ਕਹਿੰਦੇ ਵੀ ਫੌਜਪਤੀ ਦੇ ਪਾਸ ਚਲੇ ਗਏ, ਥਾਣੇਦਾਰਾਂ ਦੇ ਕੋਲੇ ਚਲੇ ਗਏ, ਜਾਨੀ ਖਾਂ ਤੇ ਮਾਨੀ ਖਾਂ ਜਿਹੜੇ ਥਾਣੇਦਾਰ, ਉਹਨਾਂ ਨੂੰ ਜਾ ਕੇ ਸਾਰਾ ਬਰਤੰਤ ਕਹਿਣ ਲੱਗੇ। ਕਹਿਣ ਲੱਗੇ ਮੀਆਂ ਜੀ ਸਾਡੀ ਗੱਲ ਸੁਣੋ, ਸਾਨੂੰ ਕੁਝ ਇਨਾਮ ਦਿਓ ਤੁਸੀਂ। ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਜੀ ਤੇ ਉਹਨਾਂ ਦੇ ਛੋਟੇ ਪੁੱਤਰਾਂ ਨੂੰ ਛਲ ਕਰਕੇ ਆਪਣੇ ਘਰੇ ਲੈ ਆਇਆ, ਗੁੰਮਰਾਹ ਕਰਕੇ ਆਪਣੇ ਘਰੇ ਲੈ ਆਇਆ, ਤੇ ਹੁਣ ਮੈਂ ਗ੍ਰਿਫਤਾਰ ਕਰਵਾਉਣ ਵਾਸਤੇ ਆਇਆ। ਮੇਰੇ ਘਰ ਵਿੱਚ ਆ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਉਹਨਾਂ ਦੇ ਛੋਟੇ ਬੇਟੇ, ਇਸ ਕਰਕੇ ਮੀਆਂ ਜੀ ਮੈਨੂੰ ਕੁਝ ਦਿਓ ਇਨਾਮ, ਤੇ ਤੁਸੀਂ ਗੁਰੂ ਦੇ ਮਾਤਾ ਜੀ ਤੇ ਉਹਨਾਂ ਦੇ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆਵੋ। ਇਸ ਕਰਕੇ ਥਾਣੇਦਾਰਾਂ ਨੂੰ ਕਹਿੰਦਾ ਹੈ ਵੀ ਆਪ ਚੱਲੋ ਤੇ ਉਹਨਾਂ ਨੂੰ ਗ੍ਰਿਫਤਾਰ ਕਰੋ, ਦੇਰੀ ਕੋਈ ਨਾ ਕਰੋ। ਤੁਸੀਂ ਮੈਨੂੰ ਇਨਾਮ ਦੇ ਦਿਓ ਕੋਈ ਆਪਣੇ ਵੱਲੋਂ, ਤੇ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਛੋਟੇ ਬੱਚਿਆਂ ਨੂੰ ਤੁਸੀਂ ਔਰੰਗਜ਼ੇਬ ਬਾਦਸ਼ਾਹ ਕੋਲੇ ਲੈ ਜਾਓ ਤੇ ਤੁਸੀਂ ਵੱਡੀਆਂ ਬਖਸ਼ਿਸ਼ਾਂ ਉੱਥੋਂ ਪ੍ਰਾਪਤ ਕਰੋ। ਤੁਸੀਂ ਅੱਗੋਂ ਵੱਡਾ ਇਨਾਮ ਲਓ, ਮੈਨੂੰ ਜਿੰਨਾ ਇਨਾਮ ਤੁਸੀਂ ਦੇਣਾ ਆਪਣੇ ਕੋਲੋਂ ਹੀ ਦੇ ਦਿਓ ਤੁਸੀਂ, ਤੇ ਤੁਸੀਂ ਉਹਨਾਂ ਨੂੰ ਅੱਗੇ ਹਜ਼ਰਤ ਦੇ ਪਾਸ ਲੈ ਜਾਓ ਤੇ ਬਖਸ਼ਿਸ਼ਾਂ ਲਵੋ। ਉਸੇ ਵੇਲੇ ਮਰਿੰਡੇ ਦੇ ਥਾਣੇਦਾਰ ਜਾਨੀ ਖਾਂ, ਮਾਨੀ ਖਾਂ ਨਾਲ ਆਪਣੇ ਸਿਪਾਹੀਆਂ ਨੂੰ ਲੈ ਕੇ ਘੋੜਿਆਂ ਤੇ ਪਾਲੀਆਂ ਕਾਠੀਆਂ ਤੇ ਕੁਝ ਫੌਜ ਇਸ ਤਰ੍ਹਾਂ ਲੈ ਕਰਕੇ ਕਾਹਲੀ ਨਾਲ ਤੁਰੇ ਹਨ। ਕਹਿੰਦੇ ਘੋੜਿਆਂ ਨੂੰ ਇਹਨਾਂ ਨੇ ਪੋਈਏ ਪਾਇਲ ਪਾਇਆ। ਪੋਈਏ ਕਹਿੰਦੇ ਤੇਜ਼ ਦੜਾਉਣ ਨੂੰ, ਤੇਜ਼ ਭਜਾਏ ਘੋੜੇ, ਤਾਂ ਫਿਰ ਛੇਤੀ ਦੇ ਨਾਲ ਇਹ ਮਰਿੰਡੇ ਤੋਂ ਖੇੜੀ ਪਿੰਡ ਆ ਗਏ। ਨੂਰਾ ਮਾਈ ਦੱਸ ਰਿਹਾ ਏ ਲੰਮੇ ਜੱਟਪੁਰੇ ਕਲਗੀਧਰ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ, ਗੁਰੂ ਜੀ ਸੁਣੋ। ਫਿਰ ਆਪ ਜੀ ਦੇ ਮਾਤਾ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਮੂਰਖਾਂ ਨੇ ਝਗੜਾ ਕਰਕੇ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਬ੍ਰਾਹਮਣ ਦੇ ਘਰੋਂ ਖੇੜੀ ਪਿੰਡ ਵਿੱਚੋਂ ਰੱਥ ਵਿੱਚ ਚੜਾ ਲਿਆ, ਰੱਥ ਵਿੱਚ ਚੜਾ ਕੇ ਲੈ ਆਏ। ਫਿਰ ਸਾਰਾ ਰਸਤਾ ਤੈਅ ਕਰਕੇ ਉਹ ਸਰਹੰਦ ਨੂੰ ਲੈ ਗਏ, ਕਿਉਂਕਿ ਵਿੱਚੋਂ ਜਿੱਥੇ ਪਹੁੰਚੇ ਲੈ ਕਰਕੇ ਉਹ ਦੱਸਿਆ ਨਾ ਨੂਰੇ ਮਾਈ ਨੇ। ਉਂਝ ਤਾਂ ਇੱਕ ਰਾਤ ਕੋਤਵਾਲੀ ਵੀ ਰੱਖਿਆ ਕਿ ਖੇੜੀ ਤੋਂ ਲਿਆ ਕਰਕੇ 8 ਪੋਹ ਨੂੰ, ਉੱਥੋਂ 8 ਪੋਹ ਦੀ ਰਾਤ ਖੇੜੀ ਪਿੰਡ ਵਿੱਚ ਰਹੇ ਆ ਮਾਤਾ ਜੀ ਤੇ ਸਾਹਿਬਜ਼ਾਦੇ। 9 ਪੋਹ ਨੂੰ ਉੱਥੋਂ ਗ੍ਰਿਫਤਾਰ ਕੀਤੇ ਆ, ਫਿਰ 9 ਦੀਆਂ ਸ਼ਾਮਾਂ ਨੂੰ ਮਰਿੰਡੇ ਲੈ ਕੇ ਆਏ ਆ, ਇੱਥੇ ਕੋਤਵਾਲੀ ਵਿੱਚ ਰੱਖਿਆ, ਥਾਣੇ ਵਿੱਚ ਰੱਖਿਆ ਮਾਤਾ ਜੀ ਨੂੰ ਤੇ ਛੋਟੇ ਲਾਲਾਂ ਨੂੰ। 9 ਪੋਹ ਦੀ ਰਾਤ 10 ਪੋਹ ਨੂੰ ਫਿਰ ਸਰਹੰਦ ਲੈ ਕੇ ਗਏ। ਤਾਂ ਉਸ ਤਰੀਕੇ ਨਾਲ ਜਿੰਨੀ ਖਬਰ ਮਿਲੀ ਹੈ ਨੂਰੇ ਮਾਹੀ ਨੂੰ, ਕਿਉਂਕਿ ਥੋੜੇ ਦਿਨਾਂ ਦੀ ਗੱਲ ਸੀ, ਜਿੰਨੀ ਉਸ ਨੂੰ ਖਬਰ ਪ੍ਰਾਪਤ ਹੋਈ ਹੈ ਕਿ ਉੱਥੋਂ ਲੈ ਕੇ ਫਿਰ ਸਰਹੰਦ ਲੈ ਗਏ ਆ।
ਤਾਂ ਇਸ ਕਰਕੇ ਕਹਿੰਦਾ ਫਿਰ ਸਰਹੰਦ ਨੂੰ ਲੈ ਕਰਕੇ ਚਲੇ ਗਏ ਪਾਪੀ। ਸੂਬਾ ਖਾਨ ਵਜ਼ੀਰ ਜਹ ਜੋ ਦਮ ਭਾਰਾ। ਜਿੱਥੇ ਸਰਹੰਦ ਦੇ ਵਿੱਚ ਖਾਨ ਵਜੀਦ ਖਾਨ ਸੂਬਾ ਜਿਹੜਾ ਹੈ ਉਹ ਬਹੁਤੇ ਭਾਰੀ ਦਲ ਦੇ ਨਾਲ ਫੌਜ ਨਾਲ ਉਤਰਿਆ ਹੋਇਆ ਸੀ। ਕੋ ਕਹਿਓ ਨਵਾਬੀ ਹਮ ਕਹਿ ਕਰ ਆਏ। ਸੂਬਾ ਇਧਰੋਂ ਗਿਆ ਸੀ ਚਮਕੌਰ ਦੀ ਜੰਗ ਤੋਂ ਹਾਰਾ ਹੋਇਆ, ਛਿੱਥਾ ਹੋਇਆ, ਮਾਯੂਸ ਹੋਇਆ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗ੍ਰਿਫਤਾਰ ਨਹੀਂ ਸੀ ਕਰ ਸਕੇ। ਗਰੀਬ ਨਵਾਜ ਤਾੜੀ ਮਾਰ ਕੇ ਜਕਾਰੇ ਬੁਲਾ ਕੇ ਨਿਕਲ ਗਏ ਸਨ ਵਿੱਚ ਦੀ। ਤਾਂ ਇਧਰੋਂ ਇਹ ਵਾਪਸ ਗਿਆ ਸੀ ਆਪਣੀ ਫੌਜ ਦੇ ਨਾਲ। ਇਹ ਜਾਨੀ ਖਾਂ ਮਾਨੀ ਖਾਂ ਥਾਣੇਦਾਰਾਂ ਨੇ ਆਖਿਆ ਸੂਬੇ ਨੂੰ, ਨਵਾਬ ਜੀ ਵੀ ਉਦਾਸ ਹੋਣ ਦੀ ਲੋੜ ਕੋਈ ਨਹੀਂ, ਅਸੀਂ ਗ੍ਰਿਫਤਾਰ ਕਰਕੇ ਲਿਆਏ ਹਾਂ। ਗੁਰੂ ਗੋਬਿੰਦ ਸਿੰਘ ਮਾਤਾ ਹੈ ਮੈਂ ਪੁੱਤਰ ਸੁਹਾਗ। ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਉਹਨਾਂ ਦੇ ਛੋਟੇ ਪੁੱਤਰ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਲਿਆਏ ਹਾਂ। ਸਭ ਕੇ ਆਏ ਨੇ ਪਹੁੰਚੇ ਹੋਏ ਪ੍ਰਾਪਤੀ। ਰਾਤ ਨੂੰ ਆਏ ਤੇ ਕਹਿੰਦੇ ਸਵੇਰੇ ਵੇਲੇ ਪਹੁੰਚੇ ਹਨ। ਕਹਿਓ ਨਵਾਬ ਮਾਤਾ ਜੀ ਜਹ ਕੁਝ ਕਾਤੀ। ਤੇ ਨਵਾਬ ਨੇ ਆਖਿਆ, ਭਾਵ ਸੂਬੇ ਸਰਹੰਦ ਨੇ ਆਖਿਆ ਕਿ ਜਿਹੜਾ ਠੰਡਾ ਬੁਰਜ ਹੈ ਨਾ ਇਕੱਲਾ ਉੱਚਾ, ਇਹਦੇ ਵਿੱਚ ਇਹਨਾਂ ਨੂੰ ਇਕੱਲਿਆਂ ਨੂੰ ਉਤਾਰ ਦਿਓ, ਉੱਪਰਲੇ ਪਾਸੇ ਚੜਾ ਦੇਵੋ। ਤੇ ਸਿਪਾਹੀ ਉੱਥੇ ਚੰਗੀ ਤਰ੍ਹਾਂ ਪਹਿਰੇਦਾਰੀ ਕਰਨ, ਖਲੋਤੇ ਰਹਿਣ, ਤੇ ਇਹਨਾਂ ਨੂੰ ਕੁਝ ਖਾਣ ਵਾਸਤੇ ਨਹੀਂ ਦੇਣਾ, ਕੁਝ ਪੀਣ ਵਾਸਤੇ ਨਹੀਂ ਦੇਣਾ, ਕੁਝ ਥੱਲੇ ਵਿਛਾਉਣ ਲਈ ਨਹੀਂ ਦੇਣਾ, ਕੁਝ ਉੱਤੇ ਲੈਣ ਲਈ ਨਹੀਂ ਦੇਣਾ। ਇਹ ਠੰਡੇ ਬੁਰਜ ਵਿੱਚ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਛੋਟੇ ਬੱਚਿਆਂ ਨੂੰ ਉੱਤੇ ਰੱਖੋ। ਨਗਰ ਦੇ ਲੋਕ ਸੁਣ ਸੁਣ ਕੇ ਦੌੜ ਕੇ ਆਉਂਦੇ ਸੀ, ਸਾਰੇ ਵੇਖਦੇ ਸੀ। ਇਹ ਨੂਰਾ ਮਾਈ ਉਸ ਵੇਲੇ ਦੱਸ ਰਿਹਾ ਹੈ ਜਿਸ ਵੇਲੇ ਸਾਹਿਬਜ਼ਾਦਿਆਂ ਨੂੰ ਇਹ ਸਾਰਾ ਰਸਤਾ ਤੈਅ ਕਰਾਇਆ। ਖੇੜੀ ਪਿੰਡ ਤੋਂ ਗ੍ਰਿਫਤਾਰ ਕਰਕੇ ਮਰਿੰਡੇ ਤੀਕ ਲੈ ਕੇ ਆਏ। ਫਿਰ ਮਰਿੰਡੇ ਤੋਂ ਅਗਲੇ ਦਿਨ ਜਿਵੇਂ ਸਰਹੰਦ ਨੂੰ ਲੈ ਕੇ ਗਏ, ਉਸ ਵੇਲੇ ਖੇੜੀ ਪਿੰਡ ਵਾਲੇ ਲੋਕ ਵੀ ਇਕੱਠੇ ਹੋ ਕੇ ਵੇਖਣ ਵਾਸਤੇ ਆਏ ਸੀ। ਜਦੋਂ ਮਰਿੰਡੇ ਤੋਂ ਸਰਹੰਦ ਨੂੰ ਲੈ ਕੇ ਗਏ, ਮਰਿੰਡੇ ਦੇ ਲੋਕ ਵੀ ਇਕੱਠੇ ਹੋ ਕੇ ਵੇਖਣ ਵਾਸਤੇ ਆਏ ਸੀ। ਉਹਨਾਂ ਸਾਰਿਆਂ ਨੇ, ਖੇੜੀ ਪਿੰਡ ਵਾਲਿਆਂ ਨੇ ਗੰਗੂ ਬ੍ਰਾਹਮਣ ਨੂੰ ਲਾਹਣਤਾਂ ਪਾਈਆਂ, ਇਥੋਂ ਦਿਆਂ ਨੇ ਇਹਨਾਂ ਨੂੰ ਲਾਹਣਤਾਂ ਪਾਈਆਂ ਵੀ ਇਹ ਕਿੱਡਾ ਵੱਡਾ ਪਾਪ ਕਰ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਬੱਚਿਆਂ ਨੂੰ। ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੇ। ਉਹ ਕਿਵੇਂ ਲਾਹਣਤਾਂ ਪਾਈਆਂ ਅਗਲੇ ਪ੍ਰਸੰਗ ਵਿੱਚ ਸਾਰੀ ਗਾਥਾ ਆਵੇਗੀ ਕੱਲ ਦੇ ਦੀਵਾਨ ਵਿੱਚ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।